ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਜੀ ਤੁਹਾਡਾ ਸਾਰੀਆਂ ਭੈਣਾਂ ਔਰ ਸਾਰੇ ਵੀਰਾਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਜੀ ਨੂੰ ਪਤਾ ਹੈ, ਅਸੀਂ ਸਾਰੇ ਹੀ ਵੀਰ ਭੈਣਾਂ ਮਿਲ ਕੇ ਕੁਝ ਦਿਨ ਤੋਂ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਔਰ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਅੱਜ ਅਸੀਂ 106 ਨੰਬਰ ਸ਼ਲੋਕ ਤੋਂ ਵਿਚਾਰ ਆਰੰਭ ਕਰਾਂਗੇ ਤੇ ਇਹ ਪਾਵਨ ਸ਼ਲੋਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1383 ਤੇ ਅੰਕਿਤ ਹੈ। ਫਰੀਦਾ ਤਿਨਾ ਮੁਖ ਡਰਾਵਣੇ, ਜਿਨ੍ਹਾਂ ਵਿਸਾਰਿਓ ਨਾਉ, ਐਥੇ ਦੁੱਖ ਕਨੇਰਿਆਂ, ਅੱਗੇ ਠੌਰ ਨਾ ਥਾਉ। ਫਰੀਦਾ ਇੱਥੇ ਥੋੜਾ ਜਿਹਾ ਵਿਸ਼ਰਾਮ ਲਗਾਵਾਂਗੇ। ਫਰੀਦਾ ਤਿਨਾ ਮੁਖ ਡਰਾਵਣੇ, ਜਿਨ੍ਹਾਂ ਵਿਸਾਰਿਓ ਨਾਉ। ਮੁਖ ਦਾ ਮਤਲਬ ਮੂੰਹ, ਡਰਾਵਣੇ ਦਾ ਮਤਲਬ ਭੈਭੀਤ ਕਰ ਦੇਣ ਵਾਲੇ, ਨਾਉ ਦਾ ਮਤਲਬ ਜਿਨ੍ਹਾਂ ਨੇ ਰੱਬੀ ਹੁਕਮ ਨੂੰ ਵਿਸਾਰ ਦਿੱਤਾ ਹੈ, ਰੱਬੀ ਗੁਣਾਂ ਨੂੰ ਵਿਸਾਰ ਦਿੱਤਾ। ਤਾਂ ਬਾਬਾ ਫਰੀਦ ਜੀ ਸਾਨੂੰ ਸਮਝਾ ਰਹੇ ਨੇ ਕਿ ਜਿਨ੍ਹਾਂ ਬੰਦਿਆਂ ਨੇ ਪ੍ਰਭੂ ਦੇ ਹੁਕਮ ਨੂੰ ਭੁਲਾਇਆ ਹੋਇਆ ਹੈ, ਰੱਬੀ ਗੁਣਾਂ ਨੂੰ ਭੁਲਾਇਆ ਹੋਇਆ ਹੈ, ਉਹਨਾਂ ਦੇ ਮੂੰਹ ਡਰਾਵਣੇ ਨੇ, ਉਹਨਾਂ ਨੂੰ ਵੇਖਦਿਆਂ ਡਰ ਲੱਗਦਾ ਹੈ। ਬੇਸ਼ੱਕ ਉਹਨਾਂ ਨੇ ਰੇਸ਼ਮੀ ਕੱਪੜੇ ਪਹਿਨੇ ਹੋਣ, ਬੇਸ਼ੱਕ ਉਹ ਧਨ ਵਾਲੇ ਹੋਣ, ਬੇਸ਼ੱਕ ਉਹ ਜਵਾਨੀ ਵਾਲੇ ਹੋਣ ਜਾਂ ਮਾਣ ਔਰ ਵਡਿਆਈਆਂ ਵਾਲੇ ਹੋਣ। ਪਿਛਲੇ ਸ਼ਲੋਕ ਵਿੱਚ ਅਸੀਂ ਪੜ੍ਹਿਆ ਸੀ ਨਾ, ਫਰੀਦਾ ਗਰਭ ਜਿਨ੍ਹਾਂ ਵਡਿਆਈਆਂ ਧਨ ਜੋ ਬਨਾਗਾ। ਚਾਹੇ ਉਹਨਾਂ ਕੋਲ ਧਨ ਹੋਵੇ, ਜਵਾਨੀ ਹੋਵੇ, ਸੁੰਦਰਤਾ ਹੋਵੇ, ਜਾਂ ਉਹਨਾਂ ਨੇ ਬੜੇ ਚੰਗੇ ਚੰਗੇ ਰੇਸ਼ਮੀ ਕੱਪੜੇ ਪਾਏ ਹੋਣ ਜਾਂ ਧਾਰਮਿਕ ਪਹਿਨਾਵੇ ਪਹਿਨੇ ਹੋਣ, ਪਰ ਜਿਨ੍ਹਾਂ ਨੇ ਰੱਬੀ ਹੁਕਮ ਨੂੰ ਭੁਲਾ ਦਿੱਤਾ ਹੈ, ਰੱਬੀ ਗੁਣਾਂ ਨੂੰ ਭੁਲਾ ਦਿੱਤਾ ਹੈ, ਉਹਨਾਂ ਦੇ ਮੁਖ ਚਿਹਰੇ ਡਰਾਵਣੇ ਨੇ। ਭਾਵ ਉਹਨਾਂ ਲੋਕਾਂ ਤੋਂ ਡਰ ਲੱਗਦਾ ਹੈ, ਉਹਨਾਂ ਦੀ ਜ਼ਿੰਦਗੀ ਭੈਭੀਤ ਕਰ ਦੇਣ ਵਾਲੀ। ਹੁਣ ਇਸ ਪਾਵਨ ਪੰਕਤੀ ਰਾਹੀਂ ਇਸ ਦੁਨੀਆ ਨੂੰ ਥੋੜਾ ਜਿਹਾ ਦੇਖਣ ਦਾ ਯਤਨ ਕਰੀਏ ਕਿ ਕਿਵੇਂ ਨੇ ਉਹਨਾਂ ਦੇ ਚਿਹਰੇ ਡਰਾਵਣੇ, ਕਿਵੇਂ ਉਹਨਾਂ ਤੋਂ ਡਰ ਲੱਗਦਾ ਹੈ, ਉਹ ਭੈਭੀਤ ਕਰ ਦੇਣ ਵਾਲੇ ਲੋਕ ਕਿਵੇਂ ਨੇ। ਦੇਖੋ, ਇਹ ਦੁਨੀਆ ਦੇ ਅੰਦਰ ਡੁਪਲੀਕੇਟ ਦਵਾਈਆਂ ਵਿਕ ਰਹੀਆਂ ਨੇ, ਤਾਂ ਜਿਹੜੇ ਡੁਪਲੀਕੇਟ ਦਵਾਈਆਂ ਵੇਚਣ ਵਾਲੇ ਨੇ, ਕਿਸੇ ਦੀ ਸਿਹਤ ਦੇ ਨਾਲ ਖਿਲਵਾੜ ਕਰਨਾ, ਇਸ ਤੋਂ ਵੱਡੀ ਭੈਭੀਤ ਕਰ ਦੇਣ ਵਾਲੀ ਗੱਲ ਕਿਹੜੀ। ਜਦੋਂ ਅਸੀਂ ਇੰਡੀਆ ਦੇ ਵਿੱਚ ਜਾਂ ਕੁਝ ਅਖਬਾਰਾਂ ਵਿੱਚ ਕਿਡਨੀ ਕਾਂਡ ਬਾਰੇ ਜਾਂ ਕੁਝ ਐਸੀਆਂ ਚੀਜ਼ਾਂ ਪੜ੍ਹਦੇ ਹਾਂ, ਤਾਂ ਫਿਰ ਡਰਾਵਣਾ ਹੀ ਹੈ ਨਾ ਕਿ ਜੋ ਡਾਕਟਰ ਲੋਕ, ਸਾਰਿਆਂ ਦੀ ਗੱਲ ਨਹੀਂ ਕਰ ਰਹੇ, ਉਹਨਾਂ ਦੀ ਜਿਨ੍ਹਾਂ ਨੇ ਹੁਕਮ ਨੂੰ, ਰੱਬੀ ਰਜ਼ਾ ਨੂੰ ਭੁਲਾਇਆ ਹੋਇਆ ਹੈ, ਜਿਹਦੇ ਕੋਲ ਇੱਕ ਮਰੀਜ਼ ਆਪਣੀ ਜ਼ਿੰਦਗੀ ਪੇਸ਼ ਕਰ ਦਿੰਦਾ ਹੈ ਇਤਬਾਰ ਕਰਕੇ ਕਿ ਇਹ ਮੇਰਾ ਇਲਾਜ ਠੀਕ ਕਰੇਗਾ, ਜੇ ਉਹੀ ਹੀਰਾਫੇਰੀ ਕਰੇ ਤਾਂ ਫਿਰ ਡਰਾਵਣੀ ਗੱਲ ਹੈ ਨਾ। ਉਸ ਤੋਂ ਡਰਾਵਣਾ ਬੰਦਾ ਕੌਣ ਹੋਏਗਾ। ਉਹ ਜੋ ਲੋਕ ਜਬਰ ਜਨਾਹ ਕਰਦੇ ਨੇ ਬੱਚੀਆਂ ਦੇ ਨਾਲ, 2-2 ਸਾਲ ਦੀਆਂ ਬੱਚੀਆਂ ਜਾਂ ਇਸ ਤੋਂ ਜ਼ਿਆਦਾ, ਜਾਂ ਉਮਰ ਵੱਡੀ, ਹੁਣ 2 ਸਾਲ ਦੀ ਬੱਚੀ ਦੇ ਨਾਲ ਐਸਾ ਕੁਕਰਮ ਕਰਨਾ, ਇਸ ਤੋਂ ਵੱਡਾ ਭੈਭੀਤ ਕਰਨ ਵਾਲਾ ਚਿਹਰਾ ਕਿਹੜਾ ਹੋਏਗਾ। ਤੁਸੀਂ ਜੇ ਇਤਿਹਾਸ ਵੱਲ ਝਾਤ ਮਾਰੋ ਤਾਂ ਜਦੋਂ ਆ ਹੀਰੋਸ਼ੀਮਾ ਨਾਗਾਸਾਕੀ ਦੇ ਉੱਤੇ ਐਟਮ ਬੰਬ ਵਰਸਾਏ ਗਏ, ਲੱਖਾਂ ਲੋਕ ਰਾਖ ਹੋ ਗਏ। ਉਹਨਾਂ ਦੀ ਜੋ ਲੋਕ ਬਚਾਉਣ ਵਾਸਤੇ ਇਮਦਾਦ ਕਰਨ ਲਈ ਗਏ, ਉਹਨਾਂ ਦੇ ਉੱਤੇ ਵੀ ਰਿਐਕਸ਼ਨ ਹੋਇਆ। ਉਸ ਤੋਂ ਬਾਅਦ ਵੀ ਕਿੰਨਾ ਸਮਾਂ, ਹੁਣ ਤੱਕ ਵੀ ਕਈ ਬੱਚੇ ਉੱਥੇ ਅਪੰਗ ਜੰਮਦੇ ਦੱਸੇ ਜਾਂਦੇ ਨੇ। ਤਾਂ ਇਸ ਤੋਂ ਡਰਾਵਣਾ ਚਿਹਰਾ ਕੌਣ ਹੋਏਗਾ। ਔਰੰਗਜ਼ੇਬ ਵਰਗੇ, ਹਿਟਲਰ ਵਰਗੇ, ਜਾਂ 84 ਦੇ ਅੰਦਰ ਜੋ ਕੁਛ ਦਿੱਲੀ ਵਿੱਚ ਵਾਪਰਿਆ, ਤਾਂ ਡਰਾਵਣੇ ਚਿਹਰੇ ਨੇ ਨਾ। ਘਰਾਂ ਪਰਿਵਾਰਾਂ ਵਿੱਚ ਵੇਖ ਲਓ, ਬੇਇਤਫਾਕੀ, ਵਿਸ਼ਵਾਸਘਾਤ, ਈਰਖਾ, ਦਵੇਸ਼, ਇਹ ਉਹ ਲੋਕ ਨੇ ਜਿਨ੍ਹਾਂ ਨੇ ਰੱਬੀ ਹੁਕਮ ਨੂੰ ਵਿਸਾਰ ਦਿੱਤਾ ਹੈ, ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਭੁਲਾਇਆ ਹੋਇਆ ਹੈ। ਉਹ ਲੋਕ ਐਸੇ ਕੰਮ ਕਰਦੇ ਨੇ। ਜੋ ਰੱਬੀ ਰਜ਼ਾ ਵਿੱਚ ਤੁਰਦੇ ਨੇ, ਜੋ ਰੱਬੀ ਗੁਣਾਂ ਦੇ ਧਾਰਨੀ ਨੇ, ਉਹ ਤਾਂ ਕੋਈ ਐਸਾ ਕੰਮ ਕਰੇਗਾ ਹੀ ਨਹੀਂ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਉਹਨਾਂ ਦੇ ਚਿਹਰੇ ਡਰਾਵਣੇ ਨੇ, ਉਹਨਾਂ ਦੇ ਚਿਹਰੇ ਭੈਭੀਤ ਕਰ ਦੇਣ ਵਾਲੇ। ਉਹਨਾਂ ਇਨਸਾਨਾਂ ਤੋਂ ਡਰ ਲੱਗਦਾ ਹੈ ਜਿਨ੍ਹਾਂ ਇਨਸਾਨਾਂ ਨੇ ਰੱਬੀ ਰਜ਼ਾ ਜਾਂ ਰੱਬੀ ਗੁਣਾਂ ਨੂੰ ਤਿਆਗ ਦਿੱਤਾ ਹੈ, ਔਰ ਹਕੀਕਤ ਹੈ ਭੈਭੀਤ ਕਰ ਦੇਣ ਵਾਲੇ ਹੀ ਨੇ। ਇਸ ਦੁਨੀਆ ਵਿੱਚ ਜੇ ਚੰਦ ਲੋਕਾਂ ਨੂੰ ਛੱਡ ਦਈਏ ਤਾਂ ਬਹੁ ਗਿਣਤੀ ਤਾਂ ਭੈਭੀਤ ਕਰ ਦੇਣ ਵਾਲੀ ਹੈ। ਰੋਜ਼ ਅਖਬਾਰਾਂ ਦੇ ਵਿੱਚ ਕੋਈ ਨਾ ਕੋਈ ਐਸੀਆਂ ਘਟਨਾਵਾਂ ਵਾਪਰਦੀਆਂ ਦਿਸ ਜਾਂਦੀਆਂ ਨੇ। ਜੇ ਹੁਣ ਕਿਸਾਨ ਅੰਦੋਲਨ ਨੂੰ ਅਸੀਂ ਲਵੀਏ ਤਾਂ ਸਰਕਾਰ ਦਾ ਚਿਹਰਾ ਭੈਭੀਤ ਕਰ ਦੇਣ ਵਾਲਾ ਹੀ ਹੈ ਨਾ।
ਤਾਂ ਡਰਾਵਣੇ ਨੇ ਉਹ ਲੋਕ, ਡਰ ਲੱਗਦਾ ਹੈ ਉਹਨਾਂ ਲੋਕਾਂ ਤੋਂ, ਉਹ ਸਮਾਜ ਦੇ ਅੰਦਰ ਡਰ ਪੈਦਾ ਕਰ ਦਿੰਦਾ। ਤੇ ਯਾਦ ਰੱਖਣਾ, ਜਿਹੜਾ ਡਰ ਪੈਦਾ ਕਰੇਗਾ ਉਹ ਇਨਸਾਨ ਜ਼ੁਲਮ ਵੀ ਕਰੇਗਾ। ਤਾਂ ਉਹ ਲੋਕ ਡਰਾਵਣੇ ਨੇ, ਉਹਨਾਂ ਦੀ ਜ਼ਿੰਦਗੀ ਡਰਾਵਣੀ ਹੈ, ਜਿਨ੍ਹਾਂ ਨੇ ਰੱਬੀ ਹੁਕਮ ਨੂੰ, ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਵਿਸਾਰ ਦਿੱਤਾ ਹੈ। ਪਹਿਲੀ ਗੱਲ ਇਹ, ਤੇ ਦੂਜੀ ਗੱਲ ਇਹ ਹੈ ਕਿ ਉਹ ਲੋਕ ਸੁਖੀ ਆਪ ਵੀ ਨਹੀਂ ਹੁੰਦੇ। ਐਸੇ ਲੋਕਾਂ ਦੀ ਜ਼ਿੰਦਗੀ ਵਿੱਚ ਸ਼ਾਂਤੀ ਨਹੀਂ ਹੁੰਦੀ। ਜਿਵੇਂ ਇੱਕ ਸ਼ੁਭ ਗੁਣਾਂ ਦਾ ਧਾਰਨੀ ਇਨਸਾਨ ਹੈ, ਜਿਸ ਦੇ ਅੰਦਰ ਸੰਤੋਖ ਹੈ, ਰੁੱਖੀ ਸੁੱਖੀ ਖਾਇਕ ਹੈ, ਠੰਡਾ ਪਾਣੀ ਪੀਓ। ਹੁਣ ਭਾਈ ਲਾਲੋ ਵਾਲੀ ਜਿਹੜੀ ਜ਼ਿੰਦਗੀ ਹੈ, ਉਹਦੇ ਵਿੱਚ ਕਿੰਨੀ ਖੁਸ਼ੀ ਹੈ, ਨਿਮਰਤਾ ਹੈ, ਪਿਆਰ ਹੈ, ਸਚਾਈ ਹੈ, ਇਨਸਾਨੀਅਤ ਹੈ। ਕਿਰਤ ਕਰਕੇ ਜੋ ਕੁਝ ਮਿਲਦਾ ਹੈ ਉਹਦੇ ਅੰਦਰ ਉਹ ਖੁਸ਼ ਹੈ। ਤੇ ਜਿਹੜਾ ਮਲਕ ਭਾਗੋ ਹੈ, ਬੇਸ਼ੱਕ ਉਹਦੇ ਕੋਲ ਧਨ ਦੌਲਤ ਪਦਾਰਥ ਬਹੁਤ ਨੇ, ਲੇਕਿਨ ਜਿਹੜੀ ਭਾਈ ਲਾਲੋ ਵਾਲੀ ਖੁਸ਼ੀ ਹੈ ਉਹ ਮਲਕ ਭਾਗੋ ਦੇ ਕੋਲ ਨਹੀਂ ਹੈ। ਉਹਦੇ ਅੰਦਰ ਅਹੰਕਾਰ ਦਾ ਕੰਡਾ ਚੁਭ ਰਿਹਾ ਹੈ, ਉਹ ਅਸ਼ਾਂਤ ਹੈ। ਬੇਸ਼ੱਕ ਸਾਨੂੰ ਬਾਹਰੀ ਤੌਰ ਤੇ ਇੱਕ ਬੰਦਾ ਬਹੁਤ ਇੰਜੋਏ ਕਰਦਾ ਨਜ਼ਰ ਹੀ ਪੈਂਦਾ ਹੈ ਕਿ ਉਹਦੇ ਕੋਲ ਇੰਨਾ ਕੁਛ ਹੈ ਜਾਂ ਕੁਛ ਹੈ, ਲੇਕਿਨ ਉਹ ਖੁਸ਼ੀ ਜਿਹੜੀ ਗੁਨਾਹ ਵਾਲੇ ਇਨਸਾਨ ਕੋਲ ਹੁੰਦੀ ਹੈ, ਉਹ ਖੁਸ਼ੀ ਐਬ ਕਰਨ ਵਾਲਿਆਂ ਕੋਲ ਨਹੀਂ ਹੁੰਦੀ, ਪਾਪ ਕਰਨ ਵਾਲਿਆਂ ਕੋਲ ਨਹੀਂ ਹੁੰਦੀ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ, ਐਥੇ ਦੁੱਖ ਘਨੇਰਿਆਂ ਅੱਗੇ ਠੌਰ ਨਾ ਥਾਉ। ਐਥੇ ਦਾ ਮਤਲਬ ਜੋ ਵਰਤਮਾਨ ਅਸੀਂ ਜ਼ਿੰਦਗੀ ਜੀ ਰਹੇ ਹਾਂ, ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਵਿਸਾਰ ਦਿੱਤਾ ਹੈ, ਰੱਬੀ ਰਜ਼ਾ ਨੂੰ ਭੁਲਾ ਦਿੱਤਾ ਹੈ, ਉਹਨਾਂ ਦੇ ਚਿਹਰੇ ਪੈਪੀਤ ਕਰਨ ਵਾਲੇ ਨੇ। ਉਹ ਸਮਾਜ ਵਿੱਚ ਜ਼ੁਲਮ ਆਦਿ ਕਰਦੇ ਨੇ, ਵਿਕਾਰ ਕਮਾਉਂਦੇ ਨੇ, ਦੁੱਖ ਫੈਲਾਉਂਦੇ ਨੇ, ਤੇ ਉਹ ਆਪ ਵੀ ਦੁਖੀ ਨੇ, ਆਪ ਵੀ ਅਸ਼ਾਂਤ ਨੇ। ਇੱਥੇ ਦਾ ਮਤਲਬ ਇਸ ਸਮੇਂ ਆ ਜੋ ਜ਼ਿੰਦਗੀ ਅਸੀਂ ਜੀ ਰਹੇ ਹਾਂ, ਅੱਗੇ ਠੌਰ ਨਾ ਠਾਉ। ਅੱਗੇ ਦਾ ਮਤਲਬ ਆਉਣ ਵਾਲਾ ਸਮਾਂ, ਫਿਊਚਰ। ਉਹਦੇ ਵਿੱਚ ਵੀ ਉਹਨਾਂ ਨੂੰ ਕੋਈ ਥਾਂ ਥਿੱਤਾ ਨਹੀਂ ਮਿਲਦਾ, ਟਿਕਾਵ ਨਹੀਂ ਮਿਲਦਾ। ਨਾ ਤਾਂ ਉਹਨਾਂ ਦੀ ਜ਼ਿੰਦਗੀ ਵਿੱਚ ਵਰਤਮਾਨ ਵਿੱਚ ਹੀ ਟਿਕਾਵ ਹੈ, ਨਾ ਉਹਨਾਂ ਦੇ ਆਉਣ ਵਾਲੇ ਸਮੇਂ ਦੇ ਅੰਦਰ ਟਿਕਾਵ ਹੈ, ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਭੁਲਾ ਦਿੱਤਾ ਹੈ। ਹੁਣ ਇਹ ਚੀਜ਼ ਨੂੰ ਸਮਝਣ ਦੀ ਜ਼ਰੂਰਤ ਹੈ। ਜਿਸ ਬੰਦੇ ਨੇ ਆਪਣਾ ਗੋਲ ਬਣਾ ਲਿਆ ਸਚਿਆਰ ਹੋਣ ਨੂੰ, ਤਾਂ ਉਹ ਸਚਿਆਰਤਾ ਦੇ ਨਾਲ ਜੁੜਿਆ ਹੋਇਆ ਹੈ, ਉਹਦਾ ਮਨ ਟਿਕਾਵ ਵਿੱਚ ਹੈ, ਉਹਦਾ ਮਨ ਭਟਕਦਾ ਨਹੀਂ ਹੈ। ਪਰ ਜਿਸ ਬੰਦੇ ਨੇ ਆਪਣੀ ਜ਼ਿੰਦਗੀ ਦਾ ਗੋਲ ਹੀ ਵਿਕਾਰਾਂ ਨੂੰ ਬਣਾ ਲਿਆ ਹੋਵੇ, ਉਹਦਾ ਮਨ ਭਟਕੇਗਾ, ਕਦੇ ਇੱਕ ਪਾਸੇ, ਕਦੇ ਦੂਜੇ ਪਾਸੇ, ਤੇ ਆਉਣ ਵਾਲੇ ਸਮੇਂ ਦੇ ਅੰਦਰ ਵੀ ਉਹਦੀ ਭਟਕਣਾ ਜਿਹੜੀ ਹੈ ਉਹ ਨਹੀਂ ਮਿਟੇਗੀ। ਇਸ ਲਈ ਬਾਬਾ ਫਰੀਦ ਜੀ ਸਾਨੂੰ ਇੱਥੇ ਸਮਝਾ ਰਹੇ ਨੇ ਕਿ ਜੇ ਆਪਣੇ ਜੀਵਨ ਨੂੰ ਸੁਖੀ ਔਰ ਸ਼ਾਂਤ ਕਰਨਾ ਚਾਹੁੰਦੇ ਹੋ, ਤਾਂ ਆਪਣੇ ਜੀਵਨ ਨੂੰ ਡਰਾਵਣਾ ਨਾ ਬਣਾਓ। ਤੁਹਾਡੇ ਤੋਂ ਕਿਸੇ ਨੂੰ ਡਰ ਨਾ ਲੱਗੇ, ਤੁਹਾਨੂੰ ਦੇਖ ਕੇ ਕਿਸੇ ਦੀ ਜ਼ਿੰਦਗੀ ਵਿੱਚ ਖੁਸ਼ੀ ਹੋਵੇ, ਤੁਹਾਨੂੰ ਵੇਖ ਕੇ ਕਿਸੇ ਨੂੰ ਇੰਜ ਲੱਗੇ ਕਿ ਮੇਰਾ ਕੋਈ ਆਪਣਾ ਆ ਗਿਆ ਹੈ, ਦੁਸ਼ਮਣ ਨਹੀਂ ਆ ਗਿਆ। ਕਿਸੇ ਨੇ ਬੜਾ ਸੁੰਦਰ ਲਿਖਿਆ ਹੈ, ਉਹ ਕਹਿੰਦਾ ਹੈ, ਤੁਸੀਂ ਗਲੀ ਵਿੱਚ ਖੜੇ ਹੋ ਔਰ ਗਲੀ ਵਿੱਚ ਕੋਈ ਔਰਤ ਆ ਰਹੀ ਹੈ, ਨੌਜਵਾਨ, ਤੇ ਜੇ ਤੁਹਾਨੂੰ ਵੇਖ ਕੇ, ਤੁਹਾਡੀਆਂ ਹਰਕਤਾਂ ਵੇਖ ਕੇ ਉਸ ਔਰਤ ਨੂੰ ਆਪਣਾ ਰਾਸਤਾ ਬਦਲਣਾ ਪੈਂਦਾ ਹੈ, ਤੇ ਤੁਹਾਡੇ ਵਿੱਚ ਤੇ ਕੁੱਤੇ ਵਿੱਚ ਕੋਈ ਫਰਕ ਨਹੀਂ, ਤੁਹਾਡੇ ਵਿੱਚ ਔਰ ਹੈਵਾਨ ਦੇ ਅੰਦਰ, ਪਸ਼ੂ ਦੇ ਅੰਦਰ ਕੋਈ ਫਰਕ ਨਹੀਂ। ਇਸ ਲਈ ਆਪਣੇ ਜੀਵਨ ਨੂੰ ਐਸਾ ਨਾ ਬਣਾਓ ਕਿ ਡਰ ਲੱਗੇ। ਹੁਣ ਡਰ ਕਿਹਦੇ ਤੋਂ ਲੱਗੇਗਾ? ਜੋ ਪਾਪ ਕਮਾਉਣ ਵਾਲਾ ਹੈ, ਜੇ ਕੋਈ ਆਫਿਸਰ ਰਿਸ਼ਵਤ ਲੈਣ ਵਾਲਾ ਹੈ, ਜੇ ਕੋਈ ਡਾਕਟਰ ਮਤਲਬ ਐਸਾ ਹੈ ਕਿ ਜਿਹੜਾ ਹੇਰਾਫੇਰੀ ਕਰਨ ਦੀ ਸੰਭਾਵਨਾ ਹੈ, ਤੇ ਡਰ ਲੱਗੇਗਾ ਨਾ ਉਹਦੇ ਕੋਲੋਂ ਇਲਾਜ ਕਰਾਉਣ ਲੱਗਿਆ। ਡਰ ਲੱਗੇਗਾ ਕਿਤੇ ਆਫਿਸ ਕੋਲ ਜਾਂਦਿਆਂ, ਜੇਕਰ ਉਹ ਇਮਾਨਦਾਰ ਨਹੀਂ ਹੈ। ਡਰ ਲੱਗੇਗਾ ਉਸ ਇਨਸਾਨ ਦੇ ਨਾਲ ਵਰਤੋਂ ਵਿਹਾਰ ਕਰਦਿਆਂ, ਜਿਹਦੀ ਜ਼ਿੰਦਗੀ ਦੇ ਅੰਦਰ ਗੁਣ ਨਹੀਂ ਹਨ, ਉਹਦੇ ਨਾਲ ਵਪਾਰ ਕਰਨੀ ਜਾਂ ਦੁਕਾਨ ਆਦਿ ਕਰਨੀ ਜਾਂ ਰਿਸ਼ਤਾ ਆਦਿਕ ਆਪਣਾ ਜੋੜਨਾ, ਡਰ ਲੱਗਦਾ ਹੈ ਨਾ। ਰਿਸ਼ਤਾ ਜੋੜਨ ਲੱਗਿਆਂ ਲੋਕ ਕਿੰਨਾ ਕੁਛ ਪੁੱਛਦੇ ਨੇ, ਅੱਗਾ ਪਿੱਛਾ ਦੇਖਦੇ ਨੇ, ਉਹਦਾ ਵਿਹਾਰ ਦੇਖਦੇ ਨੇ ਕਿ ਬੰਦਾ ਨਸ਼ਾ ਤੇ ਨਹੀਂ ਕਰਦਾ, ਇਹਦੀ ਜ਼ਿੰਦਗੀ ਕੈਸੀ ਦੇਖਦੇ ਨਾ। ਇਸੇ ਕਰਕੇ ਦੇਖਦੇ ਨੇ ਕਿ ਕਿਤੇ ਡਰਾਉਣ ਵਾਲਾ ਤੇ ਨਹੀਂ, ਇਹਦੇ ਤੋਂ ਡਰ ਤੇ ਨਹੀਂ ਲੱਗੇਗਾ, ਪੈਪੀਤ ਕਰਨ ਵਾਲਾ ਰਿਸ਼ਤਾ ਤੇ ਨਹੀਂ ਹੋਏਗਾ। ਇਸ ਲਈ ਜੇ ਜ਼ਿੰਦਗੀ ਦੇ ਅੰਦਰ ਸੁਖ ਸ਼ਾਂਤੀ ਚਾਹੁੰਦੇ ਹੋ, ਤਾਂ ਆਪਣੇ ਜੀਵਨ ਨੂੰ ਡਰਾਵਣਾ ਨਾ ਬਣਾਓ। ਅਸੀਂ ਦੇਖਦੇ ਹਾਂ ਕਈ ਵਾਰ ਲੋਕ ਇਹ ਗੱਲ ਬੜੇ ਮਾਣ ਦੇ ਨਾਲ ਕਹਿੰਦੇ ਨੇ ਕਿ ਭਾਈ ਸਾਹਿਬ, ਮੈਂ ਤੇ ਜਦੋਂ ਘਰ ਜਾਂਦਾ ਨਾ, ਬਸ ਬਾਹਰ ਦੇਖਦਿਆਂ ਸਾਰ ਜਦੋਂ ਮੈਂ ਘਰ ਵੜਨਾ, ਸਭ ਚੂੰ ਚਾਂ ਬੰਦ ਹੋ ਜਾਂਦੀ ਹੈ, ਚੁੱਪ ਚਾਂ ਹੋ ਜਾਂਦੀ ਹੈ, ਕੋਈ ਬੱਚਾ ਨਹੀਂ ਕੁਸਕਦਾ। ਮਜ਼ਾਲ ਹੈ ਮੇਰੀ ਘਰ ਵਾਲੀ ਕੁਸਕੇ ਜਾਂ ਕੋਈ ਹੋਰ ਕੋਈ ਘਰ ਦੇ ਵਿੱਚ
ਬਿਲਕੁਲ ਚੁੱਪ ਚਾਂ ਹੋ ਜਾਂਦੀ। ਬੰਦਾ ਪੁੱਛੇ ਵੀ ਤੂੰ ਘਰ ਦਾ ਮੈਂਬਰ ਹੈ, ਘਰ ਦਾ ਮਾਲਕ ਹੈ ਕਿ ਥਾਣੇਦਾਰ? ਇਹ ਤੇਰਾ ਘਰ ਹੈ ਕਿ ਥਾਣਾ ਹੈ? ਚਾਹੀਦਾ ਤੇ ਇਹ ਸੀ ਕਿ ਬੰਦਾ ਬੜੇ ਮਾਣ ਦੇ ਨਾਲ ਕਹਿੰਦਾ ਕਿ ਜਦੋਂ ਮੈਂ ਘਰ ਜਾਣਾ, ਸਾਡੇ ਘਰ ਤੇ ਰੌਲਾ ਪੈ ਜਾਂਦਾ, ਅਣਾਣੇ ਉਛਲਦੇ ਨੇ, ਅਣਾਣੇ ਲੱਤਾਂ ਨੂੰ ਆ ਚੰਬੜਦੇ ਨੇ, ਪਾਪਾ ਆ ਗਏ, ਵੀਰ ਆ ਗਿਆ, ਭਰਾ ਆ ਗਿਆ, ਪਤੀ ਆ ਗਿਆ, ਯਾਨੀ ਸਾਰੇ ਖੁਸ਼ੀ ਮਨਾਉਂਦੇ ਨੇ। ਫਿਰ ਤਾਂ ਜੀਵਨ ਹੈ ਖੁਸ਼। ਤੇ ਜੇ ਘਰਦਿਆਂ ਨੂੰ ਵੀ ਡਰ ਲੱਗਦਾ ਹੈ ਵੀ ਹੁਣ ਇਹ ਆ ਗਿਆ, ਹੁਣ ਇਹਨੇ ਕੋਈ ਨਾ ਕੋਈ ਸਿਆਪਾ ਪਾਣਾ, ਕਿਸੇ ਦੀ ਫੈਂਟੀ ਲੈ ਗਈ, ਤਾਂ ਜੀਵਨ ਭੈਭੀਤ ਵਾਲਾ ਹੋ ਗਿਆ ਨਾ। ਐਸੀ ਜ਼ਿੰਦਗੀ ਨਾ ਬਣਾਓ। ਐਸਾ ਜੀਵਨ ਬਣਾਓ ਕਿ ਤੁਹਾਡੇ ਨਾਲ ਮਿਲਵਰਤਨ, ਤੁਹਾਡੇ ਨਾਲ ਵਿਹਾਰ ਕਰਦਿਆਂ ਕਿਸੇ ਨੂੰ ਕੋਈ ਡਰ ਨਾ ਹੋਵੇ, ਕੋਈ ਖਤਰਾ ਨਾ ਹੋਵੇ। ਐਸਾ ਇਨਸਾਨ ਦਾ ਮਿਲਵਰਤਨ ਚਾਹੀਦਾ ਹੈ। ਤੇ ਐਸਾ ਮਿਲਵਰਤਨ ਉਹਨਾਂ ਦਾ ਹੁੰਦਾ ਹੈ ਜੋ ਰੱਬੀ ਰਜ਼ਾ ਵਿੱਚ ਤੁਰਦੇ ਨੇ, ਜੋ ਰੱਬੀ ਗੁਣਾਂ ਦੇ ਧਾਰਨੀ ਨੇ, ਜਿਨ੍ਹਾਂ ਨੇ ਗੁਰਬਾਣੀ ਵਾਲੇ ਵੇ ਆਫ ਲਾਈਫ ਨੂੰ ਅਪਣਾਇਆ ਹੈ, ਤੇ ਜਿਨ੍ਹਾਂ ਨੇ ਸ਼ੁਭ ਗੁਣਾਂ ਨੂੰ, ਸੱਚ ਨੂੰ, ਸਚਿਆਰਤਾ ਦੇ ਮਾਰਗ ਨੂੰ, ਰੱਬੀ ਪਿਆਰ ਨੂੰ ਭੁਲਾ ਦਿੱਤਾ ਹੈ। ਉਹਨਾਂ ਦਾ ਚਿਹਰਾ ਡਰਾਵਣਾ ਹੈ, ਉਹਨਾਂ ਦਾ ਜੀਵਨ ਭੈਭੀਤ ਕਰ ਦੇਣ ਵਾਲਾ ਹੈ। ਅਗਲਾ ਬਚਨ ਕਰਦੇ ਨੇ, ਫਰੀਦਾ ਪਿਛਲ ਰਾਤ ਨਾ ਜਾਗਿਓ ਹੈ, ਜੀਵਨ ਦੜੋ ਮੁਇਓ ਹੈ, ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ। ਪਿਛਲ ਰਾਤ ਨਾ ਜਾਗਿਓ ਹੈ, ਜੇ ਤੂੰ ਸਵੇਰੇ ਨਹੀਂ ਜਾਗਿਆ, ਪਿਛਲ ਰਾਤ ਦਾ ਮਤਲਬ ਸਵੇਰ, ਤਾਂ ਤੂੰ ਜਿਉਂਦਾ ਹੀ ਮੋਇਆਂ ਦੇ ਬਰਾਬਰ। ਜੇ ਤੈਂ ਰੱਬ ਵਿਸਾਰਿਆ, ਜੇ ਤੂੰ ਰੱਬ ਨੂੰ ਭੁਲਾ ਵੀ ਦਿੱਤਾ, ਫਿਰ ਕੀ ਹੋਇਆ? ਤਾਂ ਰੱਬ ਨਾ ਵਿਸਰਿਓ ਹੋਏ, ਤਾਂ ਰੱਬ ਨੇ ਤੈਨੂੰ ਨਹੀਂ ਭੁਲਾਇਆ। ਜੇ ਤੂੰ ਨਹੀਂ ਜਾਗਿਆ ਤਾਂ ਤੂੰ ਜਿਉਂਦਾ ਹੀ ਮੋਇਆਂ ਦੇ ਬਰਾਬਰ ਹੈ। ਤੇ ਯਾਦ ਰੱਖੀ, ਸਿਰਫ ਤੂੰ ਰੱਬ ਨੂੰ ਭੁਲਾਇਆ ਹੈ, ਰੱਬ ਨੇ ਤੈਨੂੰ ਨਹੀਂ ਭੁਲਾਇਆ। ਰੱਬ ਦੀ ਤੂੰ ਯਾਦ ਵਿੱਚ ਹੈ, ਰੱਬ ਦੇ ਨਜ਼ਰੀਏ ਦੇ ਵਿੱਚ ਹੈ ਹਰ ਪਲ। ਹੁਣ ਇਸ ਚੀਜ਼ ਨੂੰ ਸਮਝਣ ਦੀ ਜ਼ਰੂਰਤ ਹੈ। ਪਿਛਲ ਰਾਤ ਨਾ ਜਾਗਿਓ ਹੈ ਦਾ ਮਤਲਬ, ਜਾਗਣ ਦਾ ਮਤਲਬ ਹੈਗਾ ਸੁਚੇਤ ਹੋਣਾ, ਅਗਿਆਨਤਾ ਦੀ ਨੀਂਦ ਚੋਂ। ਆਮ ਲੋਕ ਨੇ ਗਫਲਤ ਦੀ ਨੀਂਦ ਵਿੱਚ ਸੁੱਤੇ ਹੋਏ ਨੇ ਨਾ, ਉਹਨਾਂ ਨੂੰ ਕੋਈ ਮਤਲਬ ਨਹੀਂ ਕਿ ਦਿਨ ਹੈ ਕਿ ਰਾਤ ਹੈ, ਕਿ ਕੌਣ ਆਪਣਾ ਕੌਣ ਬੇਗਾਨਾ। ਉਹ ਸਿਰਫ ਚਸਕਿਆਂ ਦੇ ਵਿੱਚ, ਵਿਕਾਰਾਂ ਦੇ ਅੰਦਰ ਫਸੇ ਹੋਏ ਨੇ। ਉਹ ਸੁਚੇਤ ਨਹੀਂ ਹਨ ਕਿ ਕਿਹੜੇ ਕਰਮ, ਕਿਹੜੇ ਬੋਲ, ਕਿਹੜਾ ਵਿਹਾਰ ਮੇਰੇ ਲਈ ਔਰ ਸਮਾਜ ਲਈ ਲਾਭਦਾਇਕ ਹੈ, ਤੇ ਕਿਹੜੇ ਬੋਲ ਔਰ ਵਿਹਾਰ ਮੇਰੇ ਵਾਸਤੇ ਔਰ ਸਮਾਜ ਵਾਸਤੇ ਹਾਨੀਕਾਰਕ ਨੇ। ਲੋਕ ਨਹੀਂ ਨਾ ਸੋਚਦੇ ਐਵੇਂ। ਕੁਝ ਲੋਕ ਨੇ ਜੋ ਸੋਚ ਸੋਚ ਕੇ ਕਦਮ ਪੁੱਟਦੇ ਨੇ। ਸਿਆਣੇ ਬੰਦੇ ਕਹਿੰਦੇ ਨੇ ਕਿ ਇੱਕ ਪੈਰ ਤੇ ਤੁਰੋ ਤੇ ਇੱਕ ਤੇ ਖਲੋਵੋ, ਯਾਨੀ ਜੋ ਪਿਛਲਾ ਪੈਰ ਹੈ ਨਾ, ਉਹ ਤਾਂ ਪੁੱਟੋ ਜੇ ਅਗਲੇ ਪੈਰ ਨੂੰ ਟਿਕਾ ਲਵੋ। ਜਦੋਂ ਇਹ ਸਮਝ ਆ ਜਾਏ ਕਿ ਹੁਣ ਪੈਰ ਨਹੀਂ ਤਿਲਕੇਗਾ, ਅੱਗੇ ਖੱਡਾ ਨਹੀਂ ਹੈ, ਪਿਛਲਾ ਪੈਰ ਤਾਂ ਪੁੱਟੋ। ਕਹਿਣ ਤੋਂ ਭਾਵ ਕਿ ਹਰ ਜੋ ਕਰਮ ਹੈ ਉਹਨੂੰ ਸੋਚ ਕੇ, ਵਿਚਾਰ ਕੇ ਕਰਨਾ। ਕਹੇ ਕਬੀਰ ਕਿਛ ਗੁਣ ਵਿਚਾਰ, ਹਰ ਕਰਮ ਦਾ ਨਤੀਜਾ ਵਿਚਾਰਨਾ ਕਿ ਇਹਦਾ ਨਤੀਜਾ ਕੀ ਹੋਏਗਾ। ਤੇ ਜੋ ਆਮ, ਜੋ ਬਹੁਤਾਤ ਗਿਣਤੀ ਹੈ ਮਨੁੱਖਤਾ ਦੀ, ਉਹ ਨਤੀਜਾ ਵਿਚਾਰਨ ਤੋਂ ਬਿਨਾਂ ਹੀ ਲੋਕ ਕਰਮ ਕਰੀ ਜਾਂਦੇ ਨੇ। ਉਹਨਾਂ ਦੀ ਜ਼ਿੰਦਗੀ ਦਾ ਕੋਈ ਗੋਲ ਨਹੀਂ, ਕੋਈ ਏਮ ਨਹੀਂ। ਮੇਰੇ ਬੋਲਾਂ ਦਾ ਸਾਈਕੋਲੋਜੀਕਲੀ ਕੀ ਇਫੈਕਟ ਪਵੇਗਾ ਦੂਜਿਆਂ ਉੱਤੇ, ਮੇਰੇ ਆਪਣੇ ਉੱਤੇ, ਪਰਿਵਾਰ ਉੱਤੇ, ਲੋਕ ਨਹੀਂ ਵਿਚਾਰਦੇ ਨਾ, ਤੇ ਬੋਲੀ ਜਾ ਰਹੇ ਨੇ। ਤੇ ਜਿਹੜੀ ਚੀਜ਼ ਅਸੀਂ 20-22 ਵਾਰੀ ਸੁਣ ਲਵੀਏ, ਉਹ ਸਾਡੇ ਸਬਕੌਂਸ਼ੀਅਸ ਦਾ ਹਿੱਸਾ ਬਣ ਜਾਂਦੀ ਹੈ, ਉਹ ਸਾਡੇ ਅੰਦਰ ਚਲੀ ਜਾਂਦੀ ਹੈ, ਉਹਦੇ ਤੇ ਸਾਨੂੰ ਵਿਸ਼ਵਾਸ ਹੋ ਜਾਂਦਾ ਹੈ, ਉਹ ਸਾਡਾ ਬਿਲੀਫ ਸਿਸਟਮ ਬਣ ਜਾਂਦਾ ਹੈ। ਤੇ ਮੈਂ ਸਵੇਰੇ ਵੀ ਇੱਥੇ ਗੁਰਦੁਆਰਾ ਸਾਹਿਬ ਵਿਚਾਰ ਕਰਦਿਆਂ ਕਹਿ ਰਿਹਾ ਸੀ ਕਿ 15 ਸਾਲ ਦੀ ਉਮਰ ਤੱਕ ਅਸੀਂ ਬੱਚਿਆਂ ਦੇ ਮਨ ਦੇ ਅੰਦਰ 1.5 ਲੱਖ ਵਾਰੀ ਨੈਗੇਟਿਵ ਸ਼ਬਦ ਪਾ ਦਿੰਦੇ ਹਾਂ, ਨਾ ਸ਼ਬਦ। 15 ਸਾਲ ਦੀ ਉਮਰ ਤੱਕ 1.5 ਲੱਖ ਵਾਰੀ। ਤੁਸੀਂ 20-25 ਵਾਰੀ ਕਿਸੇ ਚੀਜ਼ ਨੂੰ ਰਿਪੀਟ ਕਰੋ, ਤੁਹਾਨੂੰ ਯਾਦ ਹੋ ਜਾਏਗਾ। ਦੇਖੋ, ਜਿੰਨੇ ਵੀ ਅਸੀਂ ਵੀਰ ਭੈਣਾਂ ਬੈਠੇ ਹਾਂ, 50 ਤੋਂ ਉੱਤੇ ਹੀ ਆ ਸਾਰੇ, ਕਰੀਬ ਕੁਝ ਵੀਰ ਭੈਣਾਂ ਨੂੰ, ਬੱਚਿਆਂ ਨੂੰ ਛੱਡ ਕੇ, ਬਾਕੀ 50 ਤੋਂ ਉੱਤੇ ਆ। ਤੇ ਮੈਂ ਸੰਨ 76 ਵਿੱਚ ਪੜ੍ਹਾਈ ਛੱਡੀ ਸੀ। ਹੁਣ 76 ਤੋਂ ਅੱਜ ਲਾ ਲਓ ਕਿੰਨੇ ਸਾਲ ਹੋ ਗਏ, ਲੇਕਿਨ ਮੈਨੂੰ 10 ਤੱਕ ਪਹਾੜੇ ਯਾਦ ਨੇ। ਤੇ ਜਿਹੜੀ 6ਵੀਂ ਦੇ ਵਿੱਚ ਐਪਲੀਕੇਸ਼ਨ ਯਾਦ ਕਰਾਈ ਦੀ ਸੀ ਨਾ ਛੁੱਟੀ ਵਾਸਤੇ, ਉਹ ਮੈਨੂੰ ਐਪਲੀਕੇਸ਼ਨ ਹੁਣ ਤੱਕ ਵੀ ਯਾਦ ਹੈ। ਇੰਗਲਿਸ਼ ਨਹੀਂ ਆਂਦੀ, ਪਰ ਉਹ ਇੰਗਲਿਸ਼ ਦੀ ਐਪਲੀਕੇਸ਼ਨ ਯਾਦ। 10 ਤੱਕ ਪਹਾੜੇ ਤੁਹਾਨੂੰ ਵੀ ਸਾਰਿਆਂ ਨੂੰ ਯਾਦ ਹੋਣਗੇ। ਹਾਲਾਂਕਿ ਅਸੀਂ ਪਹਾੜੇ ਕਦੇ ਰਿਪੀਟ ਕੀਤੇ ਨਹੀਂ। ਯਾਦ ਕਿਉਂ ਨੇ? ਕਿਉਂਕਿ ਉਹ ਇੰਨੀ ਵਾਰੀ ਰਿਪੀਟ ਕਰ ਦਿੱਤੇ ਗਏ ਕਿ ਉਹ ਸਾਡੀ ਯਾਦ ਦਾ ਕੇਂਦਰ ਬਣ ਗਏ। ਤੇ ਪਹਾੜੇ ਅਸੀਂ ਕਿੰਨੀ ਕੁ ਵਾਰੀ ਰਿਪੀਟ ਕੀਤੇ ਹੋਣਗੇ? 100, 200, 400, 500 ਵਾਰੀ। ਤੇ ਉਹ ਅੱਜ ਤੱਕ ਨਹੀਂ ਭੁੱਲੇ।
ਇੱਕ ਐਪਲੀਕੇਸ਼ਨ ਇੰਗਲਿਸ਼ ਦੀ ਮੈਂ ਕਿੰਨੀ ਵਾਰੀ ਰਿਪੀਟ ਕੀਤੀ ਹੋਗੀ, 20 25 50 ਵਾਰੀ, 100 ਵਾਰੀ, ਤੇ ਜਿਹੜੀ ਚੀਜ਼ 1.5 ਲੱਖ ਵਾਰੀ ਮੇਰੇ ਅੰਦਰ ਗਈ ਹੋਵੇ ਉਹਦਾ ਕੀ ਹਾਲ ਹੋਏਗਾ। ਇਸ ਲਈ ਸਾਨੂੰ ਵਿਚਾਰ ਕੇ ਬੋਲਣੇ ਚਾਹੀਦੇ ਨੇ। ਜੋ ਮੈਂ ਬੋਲ ਰਿਹਾ ਇਹਦਾ ਦੂਜੇ ਦੇ ਉੱਤੇ ਅਸਰ ਹੋਣਾ ਹੈ। ਕਦੇ ਵੀ ਆਪਣੇ ਬੱਚਿਆਂ ਦੇ ਨਾਲ ਨੈਗੇਟਿਵ ਬੋਲ ਨਾ ਬੋਲੋ ਕਿ ਤੇਰੇ ਤੋਂ ਬੇਟਾ ਇਹ ਕੰਮ ਨਹੀਂ ਹੋਣਾ, ਤੂੰ ਨਹੀਂ ਪੜ੍ਹ ਸਕਦਾ, ਤੂੰ ਨਹੀਂ ਪਾਸ ਹੋ ਸਕਦਾ, ਤੂੰ ਨਹੀਂ ਕਾਮਯਾਬ ਹੋ ਸਕਦਾ, ਕਿਉਂਕਿ ਉਹ ਤੁਹਾਡੀ ਗੱਲ ਤੇ ਵਿਸ਼ਵਾਸ ਕਰੇਗਾ, ਉਹਦੇ ਸਬਕੌਂਸ਼ੀਅਸ ਦਾ ਹਿੱਸਾ ਬਣ ਜਾਏਗੀ। ਤੇ ਜਦੋਂ ਵੀ ਉਹ ਕੁਝ ਕਰਨ ਲੱਗੇਗਾ, ਅੰਦਰੋਂ ਆਵਾਜ਼ ਆਏਗੀ ਵੀ ਮੇਰੇ ਤੋਂ ਇਹ ਕੰਮ ਨਹੀਂ ਹੋਣਾ, ਤੇ ਤੁਹਾਡੇ ਨਿੱਕੇ ਜਿਹੇ ਬੋਲਾਂ ਨੇ ਕਿਸੇ ਬੱਚੇ ਦੀ ਜ਼ਿੰਦਗੀ ਨੂੰ ਬਰਬਾਦ ਕਰ ਦੇਣਾ। ਇਸ ਲਈ ਜ਼ਰੂਰਤ ਹੈ ਜਾਗਣ ਦੀ, ਸੁਚੇਤ ਹੋਣ ਦੀ। ਇਹ ਤਾਂ ਨਿੱਕੀਆਂ ਜਿਹੀਆਂ ਮਿਸਾਲਾਂ ਸਨ। ਕਿਵੇਂ ਬੰਦਾ ਈਰਖਾ, ਦਵੇਸ਼, ਵੈਰ ਵਿਰੋਧ ਦੇ ਅੰਦਰ ਜ਼ਿੰਦਗੀ ਜੀਵੀ ਜਾ ਰਿਹਾ ਹੈ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ, ਜੇ ਤੂੰ ਨਹੀਂ ਜਾਗਿਆ, ਸੁਚੇਤ ਨਹੀਂ ਹੋਇਆ, ਤਾਂ ਫਿਰ ਜਿਉਂਦਾ ਹੀ ਮੋਇਆਂ ਦੇ ਬਰਾਬਰ। ਫਿਰ ਤੂੰ ਕਾਹਦਾ ਜਿਉਂਦਾ ਹੈ, ਫਿਰ ਕਾਹਦੀ ਜ਼ਿੰਦਗੀ ਹੈ। ਜੇ ਇਹ ਹੀ ਨਹੀਂ ਸੋਚ ਰਿਹਾ ਬੰਦਾ ਕਿ ਮੇਰੇ ਬੋਲਾਂ ਦਾ, ਮੇਰੇ ਕਰਮਾਂ ਦਾ, ਮੇਰੇ ਵਿਹਾਰ ਦਾ ਰਿਜ਼ਲਟ ਕੀ ਨਿਕਲੇਗਾ, ਔਰ ਮਾੜੇ ਕਰਮ ਕਰੀ ਜਾ ਰਿਹਾ, ਤਾਂ ਜਿਉਂਦਾ ਮੋਇਆਂ ਦੇ ਬਰਾਬਰ ਹੀ ਹੋਇਆ ਨਾ। ਜਿਉਂਦਾ ਤੇ ਤਾਂ ਹੀ ਹੈ ਨਾ ਜੇ ਜਿਉਂਦਿਆਂ ਵਾਲੇ ਕੰਮ ਵੀ ਕਰੇ। ਸੋ ਜੀਵਿਆ ਜਿਸ ਮਨ ਵਸਿਆ ਸੋਏ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ, ਜੇ ਤੈਂ ਰੱਬ ਵਿਸਾਰਿਆ, ਕਿ ਜੇ ਤੂੰ ਰੱਬ ਨੂੰ ਭੁਲਾ ਦਿੱਤਾ ਹੋਇਆ ਹੈ, ਰੱਬ ਦੇ ਹੁਕਮ ਬਾਰੇ, ਰੱਬ ਦੀ ਰਜ਼ਾ ਬਾਰੇ ਤੂੰ ਭੁਲਾ ਚੁੱਕਾ ਹੈ, ਤੂੰ ਉਹਦੀ ਪਰਵਾਹ ਨਹੀਂ ਕਰਦਾ, ਰੱਬੀ ਹੁਕਮ ਦੀ ਜਾਂ ਰੱਬ ਦੇ ਗੁਣਾਂ ਦੀ ਤੂੰ ਭੁਲਾ ਦਿੱਤਾ ਹੈ, ਤਾਂ ਫਿਰ ਕੀ ਹੋਇਆ। ਤਾਂ ਰੱਬ ਨਾ ਵਿਸਰੇ ਹੋਏ, ਰੱਬ ਨੇ ਤੇ ਤੈਨੂੰ ਨਹੀਂ ਨਾ ਭੁਲਾਇਆ, ਰੱਬ ਦੇ ਹੁਕਮ ਨੇ ਤੈਨੂੰ ਨਹੀਂ ਭੁਲਾਇਆ। ਤੂੰ ਕੁਦਰਤੀ ਕਾਨੂੰਨਾਂ ਦੀ ਅੰਦਰ ਹੈ, ਵਾਚਿਆ ਜਾ ਰਿਹਾ ਹੈ ਤੇਰਾ ਹਰ ਕਰਮ। ਤੈਨੂੰ ਕੁਦਰਤੀ ਜੋ ਕਾਨੂੰਨ ਨੇ, ਜੋ ਨਿਯਮਾਵਲੀ ਹੈ ਕੁਦਰਤ ਦੀ, ਰੱਬੀ ਜੋ ਹੁਕਮ ਹੈ, ਉਹਦੇ ਅੰਦਰ ਤੈਨੂੰ ਫਲ ਮਿਲਣਾ ਹੈ। ਉਹਨੇ ਤੇ ਨਹੀਂ ਨਾ ਭੁਲਾਇਆ। ਹੁਣ ਤੇ ਪਤਾ ਹੈ ਹੁਕਮ ਤੋਂ ਬਾਹਰ ਤੇ ਕੁਝ ਕਰ ਨਹੀਂ ਸਕਦੇ। ਹੁਣ ਜੇਕਰ ਅਸੀਂ ਹੁਕਮ ਨੂੰ ਭੁਲਾ ਦੇਈਏ ਤੇ ਅਸੀਂ ਬੀਜ ਉਹ ਬੀਜ ਦੇਈਏ ਜਿਹਦਾ ਕਿ ਰੁੱਤ ਨਹੀਂ ਹੈ, ਤਾਂ ਸਿਸਟਮ ਨੇ, ਕੁਦਰਤ ਦੇ ਹੁਕਮ ਨੇ ਤੇ ਉਸ ਚੀਜ਼ ਨੂੰ ਨਹੀਂ ਨਾ ਭੁਲਾਇਆ, ਉੱਥੇ ਕੁਝ ਉੱਗੇਗਾ ਨਹੀਂ। ਜੇ ਅਸੀਂ ਇਸ ਚੀਜ਼ ਨੂੰ ਭੁਲਾ ਦੇਈਏ ਕਿ ਕਲਰ ਦੀ ਜ਼ਮੀਨ ਵਿੱਚ ਫਸਲ ਪੈਦਾ ਨਹੀਂ ਹੁੰਦੀ, ਇਸ ਚੀਜ਼ ਨੂੰ ਅਸੀਂ ਭੁਲਾ ਦੇਈਏ ਔਰ ਇਹਦੀ ਪਰਵਾਹ ਨਾ ਕਰੀਏ ਤੇ ਕਲਰ ਵਾਲੀ ਜ਼ਮੀਨ ਵਿੱਚ ਜਾ ਕੇ ਫਸਲ ਦਾ ਛੱਟਾ ਦੇ ਦੇਈਏ, ਤਾਂ ਸਿਸਟਮ ਨੇ ਤੇ ਨਹੀਂ ਨਾ ਇਸ ਗੱਲ ਨੂੰ ਭੁਲਾਇਆ। ਸਿਸਟਮ ਨੇ ਉੱਥੇ ਫਸਲ ਨਹੀਂ ਹੋਣ ਦਿੱਤੀ। ਇਸ ਲਈ ਰੱਬੀ ਰਜ਼ਾ ਦੇ ਵਿੱਚ ਰਹਿਣ ਦਾ ਯਤਨ ਕਰ, ਸੁਚੇਤ ਹੋ, ਚੰਗੇ ਸ਼ੁਭ ਗੁਣਾਂ ਦੇ ਨਾਲ ਜੁੜ। ਜੇ ਤੂੰ ਰੱਬ ਨੂੰ ਭੁਲਾਈ ਬੈਠਾ ਤਾਂ ਰੱਬ ਨੇ ਤੈਨੂੰ ਨਹੀਂ ਭੁਲਾਇਆ, ਉਹਦੇ ਸਿਸਟਮ ਦੇ ਅੰਦਰ ਹੈ। ਸਿਸਟਮ ਤੋਂ ਬਾਹਰ ਕੋਈ ਵੀ ਬੰਦਾ ਕਰਮ ਨਹੀਂ ਕਰ ਸਕਦਾ ਔਰ ਸਿਸਟਮ ਤੋਂ ਬਾਹਰ ਕੁਝ ਵੀ ਪ੍ਰਾਪਤੀ ਨਹੀਂ ਹੁੰਦੀ। ਚੰਗੇ ਮਾੜੇ ਜੋ ਕਰਮ ਨੇ ਉਹਨਾਂ ਦਾ ਫਲ ਰੱਬੀ ਹੁਕਮ ਦੇ ਵਿੱਚ ਮਿਲਦਾ ਹੈ। ਇਸ ਲਈ ਇਹਨਾਂ ਚੀਜ਼ਾਂ ਵੱਲ ਧਿਆਨ ਦੇ ਔਰ ਸੁਚੇਤ ਹੋ। ਤੇ ਜੇ ਤੂੰ ਸੁਚੇਤ ਨਹੀਂ ਹੁੰਦਾ ਤਾਂ ਫਿਰ ਤੂੰ ਜਿਉਂਦਾ ਹੀ ਮੋਇਆਂ ਦੇ ਬਰਾਬਰ ਹੈ, ਮਰਿਆਂ ਦੇ ਬਰਾਬਰ ਹੈ। ਕਿਵੇਂ ਹੈ ਮਰਿਆਂ ਦੇ ਬਰਾਬਰ? ਦੇਖੋ, ਜਦੋਂ ਬੰਦਾ ਜਿਉਂਦਾ ਹੋਵੇ ਉਹ ਆਪਣੇ ਸੱਜਣਾ ਮਿੱਤਰਾਂ ਨੂੰ ਫੋਨ ਵੀ ਕਰਦਾ ਹੈ, ਘਰ ਵੀ ਇਨਵਾਈਟ ਕਰਦਾ ਹੈ, ਉਹਨਾਂ ਨਾਲ ਬੋਲਦਾ ਚੱਲਦਾ ਹੈ, ਕੋਈ ਕਰਮ ਕਰਦਾ ਹੈ, ਇੱਕ ਦੂਜੇ ਦੀ ਬੰਦਾ ਹੈਲਪ ਕਰਦਾ ਹੈ, ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਦਾ ਹੈ, ਜਿਹੜਾ ਜਿਉਂਦਾ ਬੰਦਾ ਹੈ। ਤੇ ਉਹ ਹੀ ਬੰਦਾ ਜਦੋਂ ਮਰ ਜਾਏ ਤੇ ਉਹ ਲਾਸ਼ ਉਹਦੀ ਘਰ ਵਿੱਚ ਪਈ ਹੈ, ਪਰ ਆਪਣੇ ਬੱਚਿਆਂ ਦੇ ਨਾਲ ਹੁਣ ਬੋਲਦਾ ਨਹੀਂ। ਕਿਸੇ ਬੱਚੇ ਨੂੰ ਬੁਖਾਰ ਹੈ ਕਰੀਦਾ, ਜੇ ਕਿਸੇ ਨੂੰ ਕੁਛ ਹੈ ਤੇ ਉਹਨੂੰ ਕੋਈ ਦੁੱਖ ਨਹੀਂ, ਕੋਈ ਦਰਦ ਨਹੀਂ, ਕੁਛ ਵੀ ਨਹੀਂ। ਮੁਰਦੇ ਨੂੰ ਕਿਸੇ ਦੇ ਦੁੱਖ ਦਰਦ ਨਾਲ ਕੁਛ ਨਹੀਂ ਨਾ ਹੁੰਦਾ। ਇਹ ਮੁਰਦੇ ਦੀ ਨਿਸ਼ਾਨੀ ਹੈ। ਜਿਹੜੀ ਮਾਂ ਆਪਣੇ ਬੱਚਿਆਂ ਦੇ ਪਿੱਛੇ ਪਿੱਛੇ ਚੂਰੀ ਲੈ ਲੈ ਕੇ ਤੁਰਦੀ ਫਿਰਦੀ ਸੀ, ਕਿ ਆਪਣੇ ਬੱਚਿਆਂ ਨੂੰ ਨੁਹਾਉਂਦੀ, ਪਾਲਦੀ, ਪਿਆਰ ਕਰਦੀ ਸੀ, ਬੱਚੇ ਨੂੰ ਇੱਕ ਪਲ ਨਹੀਂ ਸੀ ਤੰਗ ਹੋਣ ਦਿੰਦੀ, ਪਰ ਅੱਜ ਮਾਂ ਦੀ ਮੌਤ ਹੋ ਗਈ ਹੈ ਤੇ ਬੱਚੇ ਵਿਲਕ ਰਹੇ ਨੇ, ਬੱਚੇ ਡਾਢਾਂ ਮਾਰ ਰਹੇ ਨੇ ਕਿ ਮਾਂ ਅਸੀਂ ਭੁੱਖੇ ਆ, ਸਾਨੂੰ ਕਿਹਦੇ ਆਸਰੇ ਛੱਡ ਚੱਲੀਏ। ਹੁਣ ਮਾਂ ਨੂੰ ਕੋਈ ਪਰਵਾਹ ਨਹੀਂ, ਉਹਦੀ ਰੋਂਦੇ ਨੇ, ਰੋਈ ਜਾਣ, ਕਰੀ ਜਾਣ, ਉਹਨੂੰ ਕੁਝ ਹੁਣ ਹੈ ਨਹੀਂ। ਉਹਨੂੰ ਮੁਰਦੇ ਦੀ ਨਿਸ਼ਾਨੀ ਹੈ ਨਾ ਇਹ। ਤੇ ਜੇ ਜਿਉਂਦਾ ਬੰਦਾ ਵੀ ਐਵੇਂ ਹੀ ਕਰੇ ਕਿ ਗੁਆਂਢ ਦੇ ਅੰਦਰ ਕੋਈ ਦੁਖੀ ਹੋਵੇ ਤੇ ਉਹਦੇ ਦੁੱਖ ਦੀ ਇਹਨੂੰ ਪਰਵਾਹ ਹੀ ਨਾ ਹੋਵੇ, ਸਮਾਜ ਦੇ ਅੰਦਰ ਅਸ਼ਾਂਤੀ ਹੋਵੇ ਤੇ ਇਹਦੇ ਅੰਦਰ ਪਰਵਾਹ ਹੀ ਨਾ ਹੋਵੇ, ਤਾਂ ਮੋਇਆ ਹੀ ਹੋਇਆ ਨਾ। ਇਹ ਮੁਰਦੇ ਦੀਆਂ ਨਿਸ਼ਾਨੀਆਂ ਨੇ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ, ਜੇ ਰੱਬੀ ਰਜ਼ਾ ਨਾਲੋਂ, ਰੱਬੀ ਗੁਣਾਂ ਦੇ ਨਾਲੋਂ ਟੁੱਟ ਜਾਏਗਾ ਤਾਂ ਤੂੰ ਜਿਉਂਦਾ ਹੀ ਮੁਰਦਿਆਂ ਵਰਗਾ ਹੋ ਜਾਏਗਾ। ਤੇਰੀ ਗਿਣਤੀ ਮੁਰਦਿਆਂ ਦੇ ਵਿੱਚ ਕੀਤੀ ਜਾਏਗੀ, ਤੇਰੀ ਆਤਮਿਕ ਮੌਤ ਹੋ ਜਾਏਗੀ। ਅਗਲਾ ਬਚਨ ਕਰਦੇ ਨੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ। ਫਰੀਦਾ ਕੰਤ ਰੰਗਾਵਲਾ, ਵੱਡਾ ਵੇ ਮੁਹਤਾਜ,
ਅੱਲਾਹ ਸੇਤੀ ਰਤਿਆਂ ਇਹ ਸਚਾਵਾਂ ਸਾਜ। ਕੰਤ ਦਾ ਮਤਲਬ ਖਸਮ ਮਾਲਕ, ਰੰਗਾਵਲਾ ਦਾ ਮਤਲਬ ਸੁਹਜਮਈ, ਸੋਹਣਾ, ਸੁੰਦਰ। ਬੇਮੁਹਤਾਜ ਦਾ ਮਤਲਬ ਬੇਮੁਥਾਜ, ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ, ਜੋ ਕਿਸੇ ਦੇ ਅਧੀਨ ਨਹੀਂ ਹੈ। ਰੱਬ ਕਿਸੇ ਦੇ ਅਧੀਨ ਨਹੀਂ ਹੈ, ਕੁਦਰਤ ਕਿਸੇ ਦੇ ਅਧੀਨ ਨਹੀਂ ਹੈ, ਕੁਦਰਤੀ ਕਾਨੂੰਨ ਕਿਸੇ ਦੇ ਅਧੀਨ ਨਹੀਂ ਹਨ। ਅਸੀਂ ਕੁਦਰਤੀ ਕਾਨੂੰਨਾਂ ਦੇ ਅਧੀਨ ਹਾਂ। ਹਾਂ, ਉਹਨਾਂ ਕੁਦਰਤੀ ਕਾਨੂੰਨਾਂ ਨੂੰ ਸਮਝ ਕੇ ਅਸੀਂ ਬਹੁਤ ਕੁਝ ਕਰ ਸਕਦੇ ਹਾਂ, ਸੁਖ ਮਾਣ ਸਕਦੇ ਹਾਂ, ਵਿਕਾਸ ਕਰ ਸਕਦੇ ਹਾਂ, ਪਰ ਕੁਦਰਤੀ ਕਾਨੂੰਨ ਜਿਹੜੇ ਨੇ ਉਹ ਸਾਡੇ ਅਧੀਨ ਨਹੀਂ ਹਨ। ਅਸੀਂ ਸੂਰਜ ਨੂੰ ਆਪਣੀ ਮਰਜ਼ੀ ਦੇ ਨਾਲ ਬਦਲ ਨਹੀਂ ਸਕਦੇ। ਦਿਨ ਦਾ ਟਾਈਮ ਅਸੀਂ ਬਦਲ ਨਹੀਂ ਸਕਦੇ ਕਿ ਸੂਰਜ 6 ਦੀ ਬਜਾਏ 7 ਵਜੇ ਚੜ੍ਹਨ ਲੱਗ ਜਾਏ। ਐਵੇਂ ਨਹੀਂ ਅਸੀਂ ਕਰ ਸਕਦੇ। ਤਾਂ ਫਰੀਦਾ ਕੰਤ ਰੰਗਾਵਲਾ ਵੱਡਾ ਬੇਮੁਹਤਾਜ, ਕਿ ਜੋ ਪ੍ਰਭੂ ਹੈ ਉਹ ਬਹੁਤ ਸੋਹਣਾ ਹੈ, ਸੁੰਦਰ ਹੈ ਤੇ ਬੇਮੁਹਤਾਜ ਹੈ। ਹੁਣ ਸੁੰਦਰ ਦਾ ਮਤਲਬ ਇਹ ਨਹੀਂ ਕਿ ਕੋਈ ਸਰੀਰ ਉਹਦਾ ਵੱਖਰਾ ਇੱਕ ਸਰੀਰ ਹੈ ਤੇ ਉਹ ਸਰੀਰ ਕਰਕੇ ਸੁੰਦਰ ਹੈ। ਇਹ ਸਮੁੱਚਤਾ ਨੂੰ ਵੇਖੋ। ਇਹ ਵੀ ਸੰਸਾਰ ਤੁਮ ਜੇ ਦੇਖਦੇ, ਕਿੰਨਾ ਸੋਹਣਾ ਹੈ ਨਾ ਸੰਸਾਰ। ਇੱਥੇ ਨਦੀਆਂ ਨੇ, ਨਾਲੇ ਨੇ, ਦਰਿਆ ਨੇ, ਝੀਲਾਂ ਨੇ, ਸਮੁੰਦਰ ਨੇ, ਪਹਾੜ ਨੇ, ਝਰਨੇ ਚੱਲ ਰਹੇ ਨੇ, ਵਨਸਪਤੀ ਹੈ, ਹਜ਼ਾਰਾਂ ਕਿਸਮ ਦੇ ਫਲ ਨੇ, ਹਜ਼ਾਰਾਂ ਕਿਸਮ ਦੇ ਫੁੱਲ ਨੇ। ਇੱਥੇ ਪੰਛੀ ਚਹਿਚਹਾਟ ਕਰ ਰਹੇ ਨੇ, ਇੱਥੇ ਇਸਤਰੀਆਂ ਨੇ, ਪੁਰਸ਼ ਨੇ, ਜੀਵ ਜੰਤ ਨੇ, ਖੰਡ ਮੰਡਲ ਬ੍ਰਹਿਮੰਡ ਨੇ, ਇੱਥੇ ਅਨੰਤ ਆਕਾਸ਼ ਗੰਗਾਵਾਂ ਨੇ। ਜੇ ਚਾਰ ਚੁਫੇਰੇ ਝਾਤੀ ਮਾਰੀਏ ਤੇ ਕਿੰਨਾ ਸੋਹਣਾ ਸੰਸਾਰ ਹੈ। ਹਰ ਕਾ ਬਾਗਰਾ ਹੈ, ਸੁੰਦਰਤਾ ਹੀ ਸੁੰਦਰਤਾ ਚਾਰ ਚੁਫੇਰੇ ਫੈਲੀ ਹੋਈ ਹੈ। ਪਹਿਲੀ ਗੱਲ। ਤੇ ਦੂਜੀ ਗੱਲ, ਅਸੀਂ ਜੇ ਆਪਣੇ ਅੰਦਰਲੇ ਨੂੰ ਵੇਖੀਏ ਤੇ ਸਾਡੇ ਅੰਦਰ ਕਿੰਨੇ ਸ਼ੁਭ ਗੁਣ ਮੌਜੂਦ ਨੇ। ਸਤ, ਸੰਤੋਖ, ਦਇਆ, ਧਰਮ, ਧੀਰਜ ਆਦਿ ਕੇ ਸਾਰੇ ਸੋਹਣੇ ਨੇ ਨਾ, ਸੁੰਦਰਤਾ ਹੈ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਪ੍ਰਭੂ ਇੱਕ ਸੁੰਦਰਤਾ ਹੈ, ਸ਼ੁਭ ਗੁਣਾਂ ਦਾ ਇੱਕ ਮੁਜੱਸਮਾ ਹੈ, ਬੜਾ ਵੱਡਾ ਹੈ ਔਰ ਬੇਮੁਹਤਾਜ ਹੈ। ਉਹਨੂੰ ਕਿਸੇ ਦੀ ਮੁਹਤਾਜੀ ਨਹੀਂ ਹੈ, ਉਹ ਕਿਸੇ ਦੇ ਅਧੀਨ ਨਹੀਂ ਹੈ। ਤੇ ਯਾਦ ਰੱਖਣਾ, ਅਸੀਂ ਉਹਦਾ ਰੂਪ ਆਏ, ਅਸੀਂ ਪਿੱਛੇ ਵਿਚਾਰ ਚੁੱਕੇ ਹਾਂ। ਸਮਗਰ ਬਾਣੀ ਸਾਨੂੰ ਇਹ ਸਮਝਾ ਰਹੀ ਹੈ, ਮਨ ਤੂੰ ਜੋਤ ਸਰੂਪ ਹੈ, ਜਾਂ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਤੇਰੇ ਔਰ ਮੇਰੇ ਵਿੱਚ, ਮੇਰੇ ਔਰ ਤੇਰੇ ਵਿੱਚ ਅੰਤਰ ਕੀ ਹੈ, ਫਰਕ ਕੀ ਹੈ? ਫਰਕ ਤੇ ਕੋਈ ਵੀ ਨਹੀਂ, ਕਨਿਕ ਕਟਿਕ ਜਲ ਤਰੰਗ ਜੈਸਾ। ਤਾਂ ਇਹਦਾ ਮਤਲਬ ਅਸੀਂ ਵੀ ਬੜੇ ਸੁੰਦਰ ਹਾਂ, ਅਸੀਂ ਵੀ ਬੜੇ ਸੋਹਣੇ ਹਾਂ, ਪਰ ਅਸੀਂ ਆਪਣੀ ਸੁੰਦਰਤਾ ਨੂੰ ਮਾਣ ਨਹੀਂ ਰਹੇ। ਉਹ ਸੁੰਦਰ ਗੁਣ ਸਾਡੇ ਵਿੱਚ ਵੀ ਨੇ, ਸਚਾਈ, ਦਇਆ, ਧਰਮ ਸਾਡੇ ਵਿੱਚ ਮੌਜੂਦ ਹੈ। ਇਹ ਗੱਲ ਵੱਖਰੀ ਹੈ, ਕਿਸੇ ਨੂੰ ਮਾਣ ਨਹੀਂ ਰਹੇ। ਸਾਡੀ ਮੈਂਟੈਲਿਟੀ ਵੀ ਬਹੁਤ ਸੁੰਦਰ ਹੋ ਸਕਦੀ ਹੈ, ਰੱਬ ਵਰਗੀ ਹੋ ਸਕਦੀ ਹੈ। ਰੱਬ ਦੇ ਵਿੱਚ ਲੀਨ ਹੋ ਕੇ, ਰੱਬੀ ਗੁਣਾਂ ਨੂੰ ਅਪਣਾ ਕੇ ਸਾਡੀ ਮਾਨਸਿਕਤਾ ਵੀ ਉਸ ਟਾਈਪ ਦੀ ਹੋ ਸਕਦੀ ਹੈ। ਅਸੀਂ ਵੀ ਵੱਡੇ ਔਰ ਮਹਾਨ ਹੋ ਸਕਦੇ ਹਾਂ, ਨੀਵੇਂ ਤੋਂ ਉੱਚੇ ਹੋ ਸਕਦੇ ਹਾਂ। ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰਿੰਗ ਪਾਣੀ, ਰਾਮ ਕਬੀਰਾ ਏਕ ਪੈ ਹੈ, ਕੋਈ ਨਾ ਸਕੇ ਪਛਾਣੀ। ਇਹ ਰਾਸਤਾ ਖੁੱਲਾ ਹੋਇਆ ਹੈ ਰੱਬ ਵਰਗੇ ਹੋ ਕੇ ਜੀਣ ਦਾ। ਅਸੀਂ ਵੀ ਬੇਮੁਹਤਾਜ ਹਾਂ, ਲੇਕਿਨ ਅਸੀਂ ਮੁਹਤਾਜ ਹੋਏ ਫਿਰਦੇ ਹਾਂ, ਕਿਉਂਕਿ ਅਸੀਂ ਆਪਣੇ ਅੰਦਰ ਦੀ ਸ਼ਕਤੀ ਨੂੰ ਵੇਖਿਆ ਨਹੀਂ, ਆਪਣੇ ਅੰਦਰਲੀਆਂ ਛਿਪੀਆਂ ਹੋਈਆਂ ਸ਼ਕਤੀਆਂ ਨੂੰ ਨਹੀਂ ਵੇਖਿਆ, ਆਪਣੇ ਅੰਦਰ ਵਸਦੇ ਪ੍ਰਭੂ ਨੂੰ ਨਹੀਂ ਤੱਕਿਆ। ਅਸੀਂ ਜੋਤਸ਼ੀਆਂ ਕੋਲ ਬੈਠੇ ਹਾਂ, ਮੁਹਤਾਜ ਹੋਏ ਫਿਰਨੇ ਆ। ਜੋਤਸ਼ੀ ਜੀ ਮੇਰਾ ਹੱਥ ਵੇਖਿਆ ਜੇ, ਮੇਰੀ ਕਿਸਮਤ ਕਦੋਂ ਖੁੱਲੇਗੀ? ਤੇ ਇੰਨਾ ਮੂਰਖ ਬੰਦਾ। ਮੈਂ ਨਾ ਇੱਥੇ ਚੰਡੀਗੜ੍ਹ ਜਦੋਂ ਜਾਈਏ ਨਾ 22-23 ਦੀਆਂ ਲਾਈਟਾਂ ਤੇ ਤੁਸੀਂ ਗਏ ਹੋ, ਉੱਥੇ ਕਈ ਜੋਤਸ਼ੀ ਬੈਠੇ ਹੁੰਦੇ ਨੇ ਛਤਰੀ ਤਾਣ ਕੇ ਨਾ, ਹੱਥ ਵੇਂਦੇ ਲੋਕਾਂ ਦੇ। ਤੇ ਹੈਰਾਨਗੀ ਹੁੰਦੀ ਹੈ ਕਿ ਇੰਨੇ ਪੜ੍ਹੇ ਲਿਖੇ ਸ਼ਹਿਰ ਦੇ ਵਿੱਚ ਪੜ੍ਹੇ ਲਿਖੇ ਲੋਕ ਛਤਰੀ ਤਾਣ ਕੇ ਬੈਠੇ ਜੋਤਸ਼ੀਆਂ ਦੇ ਕੋਲ ਹੱਥ ਵਿਖਾ ਰਹੇ ਨੇ ਕਿ ਸਾਡਾ ਬਾਹਰ ਦਾ ਵੀਜ਼ਾ ਕਦੋਂ ਲੱਗੇਗਾ, ਸਾਡੀ ਲਾਟਰੀ ਕਦੋਂ ਨਿਕਲੇਗੀ, ਸਾਡੀ ਕੋਠੀ ਕਦੋਂ ਬਣੇਗੀ। ਬੰਦਾ ਪੁੱਛੇ ਵੀ ਅਕਲ ਦੇ ਅੰਨਿਓ, ਜੇ ਇਹ ਤੁਹਾਡੀ ਕੋਠੀ ਬਣਾ ਸਕਦਾ ਹੁੰਦਾ, ਆਪ ਛਤਰੀ ਤਾਣ ਕੇ ਸੜਕ ਦੇ ਕਿਨਾਰੇ ਕਿਉਂ ਬੈਠਾ ਹੁੰਦਾ? ਅਸੀਂ ਮੁਹਤਾਜ ਹੋਏ ਫਿਰਦੇ ਹਾਂ, ਇਹ ਸਾਡੀ ਅਗਿਆਨਤਾ ਹੈ। ਅਸੀਂ ਕਬਰਾਂ ਦੇ ਉੱਤੇ ਮੱਥੇ ਟੇਕਦੇ ਫਿਰਦੇ ਹਾਂ, ਬਾਬਾ ਮੇਰੀ ਉਮਰ ਲੰਬੀ ਕਰ। ਬੰਦਾ ਪੁੱਛੇ ਵੀ ਤੇਰੀ ਉਮਰ ਲੰਬੀ ਕਰਨ ਜੋਗਾ ਹੁੰਦਾ ਬਾਬਾ ਆਪ ਕਿਉਂ ਮਰਦਾ? ਉਹ ਤੇ ਆਪ ਮਰਿਆ ਪਿਆ, ਕਬਰ ਦੇ ਵਿੱਚ ਤੇ ਪਿਆ ਹੈ। ਅਸੀਂ ਬਾਬਿਆਂ ਕੋਲ ਜਾ ਰਹੇ ਹਾਂ, ਬਾਬਾ ਜੀ ਆਸ਼ੀਰਵਾਦ ਦਿਓ, ਸਾਡਾ ਬੱਚਾ ਪਾਸ ਹੋ ਜਾਏ,
ਇਹ MSc ਦਾ ਪੇਪਰ ਦੇਣ ਚੱਲਿਆ ਤੇ ਬਾਬਾ ਤੇ ਆਪ 10ਵੀਂ ਫੇਲ ਹੈ। ਬਾਬਾ ਆਪ ਇੰਜੀਨੀਅਰ ਨਾ ਹੁੰਦਾ, ਡਾਕਟਰ ਨਾ ਹੁੰਦਾ। ਅਸੀਂ ਮੁਤਾਜ ਹੋਏ ਫਿਰਦੇ ਹਾਂ। ਤਾਂ ਅਸੀਂ ਬੇਮੁਹਤਾਜ ਹੋ ਸਕਦੇ ਹਾਂ ਜੇ ਅਸੀਂ ਰੱਬੀ ਰਜ਼ਾ ਭਾਣੇ ਦੇ ਅੰਦਰ ਤੁਰ ਗਏ, ਆਪਣੇ ਅੰਦਰ ਦੀਆਂ ਸ਼ਕਤੀਆਂ ਨੂੰ ਪਹਿਚਾਣੀਏ ਜੋ ਸਾਡੇ ਅੰਦਰ ਕੁਦਰਤ ਨੇ ਰੱਖੀਆਂ ਨੇ। ਕਿਉਂਕਿ ਮਨ ਤੂੰ ਜੋਤ ਸਰੂਪ ਹੈ, ਤੇਰੇ ਅੰਦਰ ਸੰਭਾਵਨਾ ਹੈ। ਤਾਂ ਕੰਤ ਰੰਗਾਵਲਾ ਹੈ, ਬੜਾ ਸੋਹਣਾ ਹੈ, ਵੱਡਾ ਹੈ, ਬੇਮੁਹਤਾਜ ਹੈ। ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਉੱਤੇ ਬੈਠਾ ਹੋਇਆ ਕੋਈ ਸੋਹਣਾ ਹੈ। ਸਰਬ ਵਿਆਪਕ ਸੁੰਦਰਤਾ ਹਰ ਥਾਂ ਦੇ ਉੱਤੇ ਫੈਲੀ ਹੋਈ ਹੈ। ਤੁਸੀਂ ਕਿਸੇ ਇੱਕ ਫੁੱਲ ਨੂੰ ਵੇਖ ਲਓ, ਵਿਸਮਾਦ ਵਿੱਚ ਚਲੇ ਜਾਓ। ਅੱਲਾਹ ਸੇਤੀ ਰਤਿਆਂ ਇਹ ਸਚਾਵਾਂ ਸਾਜ। ਸਚਾਵਾਂ ਦਾ ਮਤਲਬ ਸੱਚਾ। ਇਹਨੂੰ ਅੱਲਾਹ ਨਹੀਂ ਪੜਨਾ, ਅੱਲਾਹ ਪੜਨਾ ਹੈ। ਅੱਲਾਹ ਸੇਤੀ ਦਾ ਮਤਲਬ ਰੱਬ ਦੇ ਨਾਲ। ਸਾਜ ਦਾ ਮਤਲਬ ਬਣਤਰ। ਸਚਾਵਾਂ ਦਾ ਮਤਲਬ ਸੱਚ ਵਾਲਾ, ਰੱਬ ਵਾਲਾ। ਇਹ ਸਾਜ ਦਾ ਮਤਲਬ ਇਹ ਰੂਪ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਜੇ ਰੱਬੀ ਰੰਗ ਦੇ ਨਾਲ ਰੰਗੇ ਜਾਈਏ ਨਾ, ਪ੍ਰੇਮ ਦੇ ਨਾਲ ਰੰਗੇ ਜਾਈਏ, ਤਾਂ ਰੱਬ ਵਾਲਾ ਇਹ ਸੋਹਣਾ ਤੇ ਬੇਮੁਤਾਜੀ ਵਾਲਾ ਰੂਪ ਮਿਲ ਜਾਂਦਾ ਹੈ। ਅੱਲਾਹ ਸੇਤੀ ਰਤਿਆਂ, ਜੇ ਪ੍ਰਭੂ ਪ੍ਰੇਮ ਨਾਲ ਅਸੀਂ ਰੰਗ ਲਈਏ ਆਪਣੇ ਆਪ ਨੂੰ ਰੱਬੀ ਗੁਣਾਂ ਦੇ ਨਾਲ, ਜੇ ਆਪਣੀ ਸੋਚ ਨੂੰ ਰੱਬੀ ਸੋਚ ਦੇ ਵਿੱਚ ਮਿਲਾ ਦਈਏ, ਤਾਂ ਇਹ ਸਚਾਵਾਂ ਸਾਜ, ਇਹ ਜੋ ਸੱਚਾ ਸਾਜ ਹੈ ਨਾ, ਸੱਚੀ ਬਣਤਰ ਹੈ, ਸੱਚਾ ਜੀਵਨ ਰੱਬ ਵਾਲਾ, ਉਹ ਸਾਨੂੰ ਹੀ ਮਿਲ ਸਕਦਾ ਹੈ। ਇਹਦਾ ਮੀਨਿੰਗ ਇਹ ਹੈ ਕਿ ਇਹ ਬੇਮੁਤਾਜੀ ਵਾਲਾ ਜੀਵਨ, ਇਹ ਸੁੰਦਰਤਾ ਵਾਲਾ ਜੀਵਨ, ਇਹ ਸਚਾਵਾਂ ਸਾਜ, ਇਹ ਸਚਿਆਰਤਾ ਵਾਲਾ ਜੀਵਨ ਉਸ ਬੰਦੇ ਨੂੰ ਮਿਲ ਜਾਂਦਾ ਹੈ ਜੇ ਉਹ ਅੱਲਾਹ ਦੇ ਨਾਲ ਆਪਣੇ ਆਪ ਨੂੰ ਰੰਗ ਲਵੇ, ਰੱਬੀ ਗੁਣਾਂ ਦੇ ਨਾਲ ਰੰਗ ਲਵੇ। ਦੇਖੋ ਕਿੰਨਾ ਆਸਾਨ ਮਾਰਗ, ਕਿੰਨਾ ਸੌਖਾ ਮਾਰਗ, ਕਿੱਡੀ ਵੱਡੀ ਪੋਸੀਬਿਲਿਟੀ ਜੋ ਸਾਡੇ ਅੰਦਰ ਹੈ। ਇੱਥੇ ਦੇਖੋ ਇਸ ਸ਼ਲੋਕ ਦੇ ਉੱਤੇ ਜੇ ਇਕੱਲੇ ਸ਼ਲੋਕ ਤੇ ਅਮਲ ਕਰ ਲਿਆ ਜਾਏ, ਜ਼ਿੰਦਗੀ ਬਦਲ ਜਾਏਗੀ। ਇੱਥੇ ਹੈ ਕੋਈ ਗੱਲ ਕਹੀ ਵੀ ਮਾਲਾ ਫੇਰਨ ਦੇ ਨਾਲ ਇਹ ਸਚਾਵਾਂ ਸਾਜ ਮਿਲੇਗਾ, ਜਾਂ ਦਸਮ ਦੁਆਰ ਵਿੱਚ ਪ੍ਰਾਨ ਚੜਾਉਣ ਨਾਲ ਮਿਲੇਗਾ, ਜਾਂ ਅਨੁਲੋਮ ਵਿਲੋਮ ਕਰਨ ਨਾਲ, ਜਾਂ ਪੁੱਠਿਆਂ ਲਟਕਣ ਨਾਲ, ਜਾਂ ਸ਼ੀਰ ਸਾਸਨ ਕਰਨ ਨਾਲ, ਜਾਂ ਸਮਾਧੀਆਂ ਲਾਉਣ ਨਾਲ, ਜਾਂ ਭੋਰਿਆਂ ਵਿੱਚ ਵੜਨ ਨਾਲ, ਜਾਂ ਪਹਾੜਾਂ ਤੇ ਚੜਨ ਨਾਲ, ਜਾਂ ਬਾਬਿਆਂ ਕੋਲ ਜਾਣ ਨਾਲ, ਜਾਂ ਵਿਖਾਵੇ ਦੇ ਕਰਮ ਕਰਨ ਨਾਲ, ਜਾਂ ਵਰਤਨ ਰਾਤੇ ਸਰਾਧਾਂ ਨਾਲ, ਜਾਂ ਤੀਰਥਾਂ ਤੇ ਨਹਾਉਣ ਦੇ ਨਾਲ ਇਹ ਸਚਾਵਾਂ ਸਾਜ ਮਿਲੇਗਾ ਨਾ। ਸਿੰਪਲ ਗੱਲ, ਸੌਖਾ ਰਾਸਤਾ। ਅੱਲਾਹ ਸੇਤੀ ਰਤਿਆਂ ਇਹ ਸਚਾਵਾਂ ਸਾਜ। ਜੇ ਪ੍ਰਭੂ ਦੇ ਨਾਲ, ਰੱਬੀ ਗੁਣਾਂ ਦੇ ਨਾਲ ਬੰਦਾ ਪ੍ਰੀਤ ਪਾ ਲਵੇ, ਤਾਂ ਇਹ ਸਚਾਵਾਂ ਸਾਜ, ਜਿਹੜਾ ਸੱਚਾ ਸਾਜ ਹੈ, ਉਹ ਮਿਲ ਜਾਂਦਾ। ਕਿਹੜਾ? ਕੰਤ ਰੰਗਾਵਲਾ, ਰੱਬ ਬੜਾ ਸੋਹਣਾ ਹੈ। ਤਾਂ ਇਹ ਸੁਹੱਪਣ ਸਾਨੂੰ ਵੀ ਮਿਲ ਸਕਦਾ ਹੈ। ਦੇਖੋ ਬੰਦਾ ਆਪਣੇ ਆਪ ਨੂੰ ਸੋਹਣਾ ਬਣਾਉਣ ਵਾਸਤੇ ਕਿੰਨਾ ਯਤਨ ਕਰਦਾ ਹੈ। ਕਰੀਬ ਆਮ ਘਰ ਦਾ ਵੀ 25% ਜਿਹੜਾ ਧਨ ਹੈ, ਮੇਬੀ ਇਸ ਲਗਭਗ ਮੇਕਅਪ ਦੇ ਸਮਾਨ ਤੇ ਖਰਚ ਹੁੰਦਾ ਹੈ। ਚਾਹੇ ਉਹ ਮੇਕਅਪ ਦਾ ਸਮਾਨ ਔਰਤਾਂ ਦਾ ਹੈ ਜਾਂ ਬੰਦਿਆਂ ਦਾ ਹੈ। ਹਰ ਬੰਦਾ ਮੇਕਅਪ ਕਰ ਰਿਹਾ ਹੈ ਨਾ, ਕੱਪੜੇ ਚੰਗੇ ਪਾ ਰਿਹਾ ਹੈ, ਪਾਊਡਰ ਕਰੀਮਾਂ ਲਗਾ ਰਿਹਾ ਹੈ, ਔਰ ਕਿੰਨੀਆਂ ਮਸ਼ਹੂਰੀਆਂ ਆ ਰਹੀਆਂ ਨੇ ਕਿ ਆ ਫਲਾਂ ਜੇ ਕਰੀਮ ਲਗਾਓਗੇ ਤੁਸੀਂ ਐਨ ਗੋਰੇ ਚਿੱਟੇ ਹੋ ਜਾਓਗੇ। ਤੇ ਜੇ ਐਵੇਂ ਗੋਰੇ ਚਿੱਟੇ ਹੋ ਸਕਦੇ ਹੁੰਦੇ, ਅਫਰੀਕਾ ਵਿੱਚ ਇੱਕ ਵੀ ਕਾਲਾ ਬੰਦਾ ਨਹੀਂ ਸੀ ਰਹਿਣਾ ਉਹ ਕਰੀਮਾਂ ਲਾਉਂਦੇ। ਲੇਕਿਨ ਇੱਕ ਵੀ ਕੋਈ ਅਫਰੀਕਨ ਬੰਦਾ ਚਿੱਟਾ ਹੋਇਆ ਗੋਰਾ। ਤੁਹਾਡੇ ਵਾਲ ਬੜੇ ਲੰਮੇ ਹੋ ਜਾਣਗੇ। ਇੱਕ ਐਕਟ੍ਰੈਸ ਹੈ ਮੇਰੇ ਖਿਆਲ ਚ, ਮੈਨੂੰ ਨਾਂ ਦਾ ਨਹੀਂ ਪਤਾ, ਉਹ ਤੇਲ ਦੀ ਮਸ਼ਹੂਰੀ ਕਰਦੀ ਹੈ ਕਿ ਇਹ ਜੇ ਵਾਲ ਲਾਓਗੇ ਤੁਹਾਡੇ ਵਾਲ ਬੜੇ ਲੰਬੇ ਹੋ ਜਾਣਗੇ। ਤੇ ਘਰ ਵਾਲਾ ਉਹਦਾ ਬਿਲਕੁਲ ਗੰਜਾ ਹੈ, ਇੱਕ ਵਾਲ ਨਹੀਂ ਉਹਦੇ ਸਿਰ ਤੇ। ਜੇ ਐਵੇਂ ਵਾਲ ਲੰਬੇ ਹੁੰਦੇ ਹੁੰਦੇ ਨਾ, ਤਾਂ ਫਿਰ ਕੋਈ ਇਸ ਦੁਨੀਆ ਤੇ ਗੰਜਾ ਨਹੀਂ ਸੀ ਰਹਿਣਾ। ਤੇ ਜੇ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ, ਲਿਖਿਆ ਹੁੰਦਾ ਨਾ, ਜੇ ਬੁਰੀ ਨਜ਼ਰ ਦੇ ਨਾਲ ਮੂੰਹ ਕਾਲਾ ਹੋਇਆ ਹੁੰਦਾ ਨਾ, ਤੇ ਇੰਡੀਆ ਦੇ ਵਿੱਚ ਕੋਈ ਗੋਰਾ ਬੰਦਾ ਨਹੀਂ ਸੀ ਬਚਣਾ, ਇੰਡੀਆ ਨੇ ਅਫਰੀਕਾ ਬਣ ਜਾਣਾ ਸੀ, ਕਿਉਂਕਿ ਉੱਥੇ ਤੇ ਬੁਰੀ ਨਜ਼ਰ ਹੈ ਹੀ ਹੈ ਨਾ। ਤੇ ਫਿਰ ਇਹ ਤੁਸੀਂ ਦੇਖੋ, ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਕਿਹਦੇ ਤੇ ਲਿਖਿਆ ਹੈ? ਕਿਸੇ ਆਡੀ ਕਾਰ ਤੇ ਜਾਂ ਕਿਸੇ ਮਰਸਡੀਜ਼ ਕਾਰ ਤੇ ਲਿਖਿਆ ਵੇਖਿਆ? ਨਾਲ ਲਿਖਿਆ ਹੋਵੇਗਾ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ, ਤੇ ਅੱਗੇ ਇੱਕ ਜੁੱਤੀ ਲਟਕਾਈ ਹੁੰਦੀ, ਟੁੱਟੀ ਜੁੱਤੀ। ਕਿਸੇ ਆਡੀ ਕਾਰ ਤੇ, ਕਿਸੇ ਮਰਸਡੀਜ਼ ਦੇ ਉੱਤੇ, ਕਿਸੇ ਮਹਿੰਗੀ ਕਾਰ ਦੇ ਉੱਤੇ ਤੁਸੀਂ ਲਿਖਿਆ ਵੇਖਿਆ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ, ਜਾਂ ਜੁੱਤੀ ਲਟਕਾਈ? ਰਕਸ਼ਿਆਂ ਦੇ ਉੱਤੇ ਲਿਖਿਆ ਵੇਖੋਗੇ, 3 ਵੀਲਰਾਂ ਦੇ ਉੱਤੇ ਵੇਖੋਗੇ। ਹੁਣ ਦੱਸੋ ਤੁਹਾਡੇ ਵਿੱਚੋਂ ਕਿਹੜਾ ਬੰਦਾ ਹੈ ਜਿਹਦੀ ਬੁਰੀ ਨਜ਼ਰ ਹੋਵੇ ਕਿ ਮੈਨੂੰ ਇਹ ਰਕਸ਼ਾ ਮਿਲ ਜਾਏ, ਮੈਂ ਰਕਸ਼ਾ ਚਾਲਕ ਬਣਾ? ਕੋਈ ਚਾਹੁੰਦਾ ਹੈ? ਰਕਸ਼ੇ ਵੱਲ ਕਿਸੇ ਦੇਖਣਾ ਹੀ ਨਹੀਂ। ਦੇਖ ਕੌਣ ਰਿਹਾ ਹੈ? ਜੇ ਇਹ ਸਾਰੇ ਵਹਿਮ ਨੇ, ਇਹ ਅਸੁੰਦਰਤਾ ਹੈ,
ਤੇ ਸੁੰਦਰਤਾ ਕਾਦੀ ਹੈ? ਮੈਂਟੈਲਿਟੀ। ਕੱਪੜੇ ਚੰਗੇ ਚੰਗੇ ਤੁਸੀਂ ਪਾ ਲਓ ਤੇ ਉਹਦੇ ਨਾਲ ਕੀ ਹੋਏਗਾ? ਅਸੀਂ ਕਈ ਵਾਰ ਵਿਆਹ ਸ਼ਾਦੀਆਂ ਜਾਂਦੇ ਆ ਨਾ, ਬੜੇ ਸੋਹਣੇ ਸੋਹਣੇ ਕੱਪੜੇ ਪਾਏ ਹੁੰਦੇ ਨੇ ਇਸਤਰੀਆਂ ਨੇ, ਪੁਰਸ਼ਾਂ ਨੇ, ਤੇ ਲੋਕ ਫਿਰ ਨਾ ਕਈ ਵਾਰ ਸਿਫਤ ਕਰਦੇ ਨੇ, ਭੈਣਾਂ ਸਿਫਤ ਕਰਦੀਆਂ ਨੇ ਕਿ ਉਹ ਮੈਂ ਫਲਾਂ ਬੰਦੇ ਦੀ ਨੂੰਹ ਸੀ, ਬੜਾ ਕੀਮਤੀ ਸੂਟ ਪਾਇਆ ਸੀ, ਬੜਾ ਸੋਹਣਾ, ਤੇ ਨਾਲ ਦੀ ਝੱਟ ਕਹਿੰਦੀ ਇਹ ਸੂਟ ਹੀ ਵੇਖਿਆ ਤੇ ਉਹਦੇ ਲੱਛਣ ਵੇਖੇ ਸਨ, ਸੂਟ ਨੂੰ ਅੱਗ ਲਾਣੀ, ਬੋਲ ਬਾਣੀ ਵੇਖੀ ਸੀ। ਤੇ ਬੰਦੇ ਕਹਿ ਰਹੇ ਹੁੰਦੇ ਨੇ ਯਾਰ ਫਲਾਂ ਬੰਦੇ ਦਾ ਪੈਂਟ ਕੋਟ ਕਿਆ ਬਾਤ, ਬੜਾ ਕੀਮਤੀ ਸੀ, ਬੜਾ ਮਤਲਬ ਸਟੈਂਡਰਡ ਦਾ ਜਾਂ ਬ੍ਰਾਂਡਡ ਸੀ। ਤੇ ਅਗਲਾ ਆਂਦਾ ਬ੍ਰਾਂਡਡ ਕੱਪੜੇ ਨੂੰ ਕੀ ਵੇਖਣਾ, ਕਰਤੂਤਾਂ ਵੇਖੀਆਂ ਸਨ। ਤਾਂ ਕੱਪੜਿਆਂ ਦੀ ਵੈਲਿਊ ਕਿੰਨੀ ਕੁ ਰਹਿ ਜਾਏਗੀ ਜੇ ਕਰਤੂਤਾਂ ਮਾਰੀ। ਇਸ ਲਈ ਸੁੰਦਰਤਾ ਹੈ ਮੈਂਟੈਲਿਟੀ ਦੀ। ਗੁਰੂ ਜੀ ਕਹਿੰਦੇ ਨੇ ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਰੰਗ ਦੀ। ਆਪਣੀ ਮੈਂਟੈਲਿਟੀ, ਮਾਨਸਿਕਤਾ ਨੂੰ ਸ਼ੁਭ ਗੁਣਾਂ ਦੇ ਨਾਲ ਰੰਗੋ। ਮੇਰੇ ਕਹਿਣ ਦਾ ਕਦਾਚਿਤ ਇਹ ਭਾਵ ਨਹੀਂ ਕਿ ਚੰਗੇ ਕੱਪੜੇ ਨਾ ਪਾਓ। ਮੇਰੇ ਕਹਿਣ ਦਾ ਭਾਵ ਸਿਰਫ ਇੰਨਾ ਹੈ ਕਿ ਚੰਗੇ ਕੱਪੜਿਆਂ ਦੇ ਨਾਲ ਮਾਨ ਆਦਰ ਸਤਿਕਾਰ ਨਹੀਂ ਮਿਲਦਾ, ਮਾਨ ਆਦਰ ਸਤਿਕਾਰ ਗੁਣਾਂ ਦੇ ਨਾਲ ਮਿਲਦਾ ਹੈ। ਅਸਲੀ ਸੁੰਦਰਤਾ ਗੁਣਾਂ ਦੀ ਹੈ। ਤਾਂ ਅਸੀਂ ਵੀ ਸੁੰਦਰ ਸੋਹਣੇ ਆਪਣੀ ਮਾਨਸਿਕਤਾ ਨੂੰ ਬਣਾ ਸਕਦੇ ਹਾਂ। ਰੱਬ ਵੱਡਾ ਹੈ ਤਾਂ ਇਹ ਸਜਾਵਾਂ ਸਾਜ ਸਾਨੂੰ ਵੀ ਮਿਲ ਸਕਦਾ ਹੈ, ਅਸੀਂ ਵੱਡੇ ਹੋ ਸਕਦੇ ਹਾਂ। ਹੁਣ ਵੱਡਾ ਕੌਣ ਹੈ? ਕੌਣ ਵੱਡਾ? ਮਾਇਆ ਵਡਿਆਈ? ਗੁਰੂ ਜੀ ਕਹਿੰਦੇ ਨੇ ਨਾ, ਸੋ ਵੱਡਾ ਜਿਨ ਰਾਮ ਲਿਵ ਲਾਈ। ਜਿਨ੍ਹਾਂ ਦੀ ਰੱਬੀ ਗੁਣਾਂ ਦੇ ਅੰਦਰ ਲੱਗਣ ਲੱਗ ਗਈ ਉਹ ਵੱਡੇ ਨੇ, ਉਹ ਮਹਾਨ ਨੇ। ਤੇ ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਵਿਸਾਰ ਦਿੱਤਾ ਹੈ ਉਹ ਨੀਵੇਂ ਨੇ। ਖਸਮ ਵਿਸਾਰੇ ਤੇ ਕਮਜਾਤ, ਉਹ ਨੀਵੇਂ ਨੇ ਜਿਨ੍ਹਾਂ ਦੀ ਸੋਚ ਨੀਵੀਂ ਹੈ। ਤਾਂ ਇਸ ਕਰਕੇ ਜੇ ਅਸੀਂ ਆਪਣੀ ਸੋਚ ਨੂੰ ਵੱਡੀ ਔਰ ਮਹਾਨ ਕਰੀਏ ਤਾਂ ਸਾਡੀ ਵੀ ਹੋ ਸਕਦੀ ਹੈ ਬੇਮੁਹਤਾਜ। ਅਸੀਂ ਵੀ ਬੇਮੁਹਤਾਜ ਹੋ ਸਕਦੇ ਹਾਂ। ਆਪਣੇ ਹੱਥੀਂ ਆਪਣਾ ਆਪ ਕਾਜ ਸਵਾਰ ਸਕਦੇ ਹਾਂ, ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਇਸ ਲਈ ਗੁਰੂ ਜੀ ਕਹਿੰਦੇ ਨੇ ਇਹ ਸਚਾਵਾਂ ਸਾਜ ਉਹਨਾਂ ਨੂੰ ਮਿਲ ਜਾਂਦਾ ਹੈ ਅੱਲਾਹ ਸੇਤੀ ਰਤਿਆਂ, ਜੇ ਰੱਬੀ ਗੁਣਾਂ ਦੇ ਨਾਲ ਪ੍ਰੀਤ ਪਾਈ ਜਾਏ ਤਾਂ ਰੱਬੀ ਗੁਣਾਂ ਦੇ ਨਾਲ ਪ੍ਰੀਤ ਪਾ ਕੇ ਐਸੀ ਜ਼ਿੰਦਗੀ ਜੀਵੀ ਜਾ ਸਕਦੀ ਹੈ। ਅਗਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਹੀ ਹੈ। ਫਰੀਦਾ, ਇੱਥੇ ਥੋੜਾ ਜਿਹਾ ਰੁਕ ਜਾਣਾ ਹੈ। ਫਰੀਦਾ, ਦੁੱਖ ਸੁਖ ਇੱਕ ਕਰ, ਦਿਲ ਤੇ ਲਾਹੇ ਵਿਕਾਰ, ਅੱਲਾਹ ਭਾਵੈ ਸੋ ਭਲਾ, ਤਾਂ ਲੱਭੀ ਦਰਬਾਰ। ਇੱਕ ਕਰ ਦਾ ਮਤਲਬ ਇੱਕ ਸਮਾਨ ਕਰਦੇ, ਇੱਕੋ ਜਿਹੇ ਸਮਝ। ਵਿਕਾਰ ਦਾ ਮਤਲਬ ਪਾਪ। ਬਾਬਾ ਫਰੀਦ ਜੀ ਕਹਿੰਦੇ ਨੇ ਰੱਬੀ ਯਾਦ ਦੇ ਨਾਲ ਜੁੜ ਤੇ ਦੁੱਖ ਸੁੱਖ ਨੂੰ ਇੱਕੋ ਜਿਹਾ ਸਮਝ ਤੇ ਦਿਲ ਤੋਂ ਪਾਪ ਕੱਢ ਦੇ। ਦਿਲ ਦੇ ਅੰਦਰੋਂ ਆਪਣੀ ਸੋਚ ਤੋਂ ਪਾਪ ਕੱਢ ਦੇ ਔਰ ਦੁੱਖ ਸੁੱਖ ਨੂੰ ਇੱਕੋ ਕਰਕੇ ਜਾਣ। ਹੁਣ ਦੇਖੋ ਇਹ ਚੀਜ਼ ਸਮਝਣ ਵਾਲੀ ਹੈ, ਦੁੱਖ ਸੁੱਖ ਨੂੰ ਇੱਕੋ ਕਰਕੇ ਜਾਣਨਾ ਕੀ ਹੁੰਦਾ ਹੈ। ਕਈ ਵਾਰ ਬੰਦੇ ਦੀ ਜ਼ਿੰਦਗੀ ਵਿੱਚ ਸੁੱਖ ਆ ਜਾਣ ਨਾ ਤੇ ਉਹ ਸੱਚ ਨੂੰ ਭੁੱਲ ਜਾਂਦਾ ਹੈ, ਸੱਚ ਨਾਲੋਂ ਟੁੱਟ ਜਾਂਦਾ ਹੈ, ਹੰਕਾਰੀ ਹੋ ਜਾਂਦਾ ਹੈ। ਜਿਵੇਂ ਮੰਨ ਲਓ ਕੋਈ ਘਰ ਦੇ ਵਿੱਚ ਖੁਸ਼ੀ ਮਿਲੀ, ਅਸੀਂ ਅਰਦਾਸਾਂ ਕਰਨੇ ਆ ਕਿ हे ਪ੍ਰਭੂ ਸਾਨੂੰ ਇਹ ਖੁਸ਼ੀ ਮਿਲੀ। ਮੰਨ ਲਓ ਕੋਈ ਖੁਸ਼ੀ ਮਿਲੀ, ਅਸੀਂ ਮਕਾਨ ਲਿਆ ਨਵਾਂ, ਜਾਂ ਸਾਡੇ ਘਰ ਕਿਸੇ ਬੱਚੇ ਨੇ ਜਨਮ ਲਿਆ, ਜਾਂ ਵਿਆਹ ਸ਼ਾਦੀ ਦੀ ਕੋਈ ਖੁਸ਼ੀ ਹੋਈ, ਤੇ ਹੁਣ ਇਸ ਖੁਸ਼ੀ ਨੂੰ ਮਨਾਉਣ ਵਾਸਤੇ ਅਸੀਂ ਸ਼ਰਾਬਾਂ ਵਰਤਾਈਆਂ, ਇੱਥੇ ਗੰਦੇ ਗੀਤ ਗਾਉਣ ਵਾਲੇ ਬੁਲਾਏ, ਜਾਂ ਕੁਝ ਐਸਾ ਕੀਤਾ ਜਿਹੜਾ ਕਿ ਠੀਕ ਨਹੀਂ ਹੈ। ਬੱਚੇ ਦੇ ਵਿਆਹ ਦੀ ਖੁਸ਼ੀ ਸੀ ਲੇਕਿਨ ਅਸੀਂ ਲੜਕੀ ਵਾਲਿਆਂ ਤੋਂ ਦਾਜ ਦਹੇਜ ਦੀ ਮੰਗ ਕੀਤੀ, ਤਾਂ ਫਿਰ ਸੱਚ ਨੂੰ ਭੁੱਲ ਗਏ ਨਾ। ਕੁਝ ਲੋਕ ਨੇ ਸੱਚ ਦੇ ਅੰਦਰ, ਸੁੱਖਾਂ ਦੇ ਅੰਦਰ ਸੱਚ ਨੂੰ ਭੁੱਲ ਜਾਂਦੇ ਨੇ, ਸੱਚ ਦੇ ਰਾਹ ਨੂੰ ਛੱਡ ਜਾਂਦੇ ਨੇ। ਜੇਕਰ 4 ਪੈਸੇ ਆ ਰਹੇ ਨੇ ਹੇਰਾਫੇਰੀ ਕਰਕੇ ਤਾਂ ਉਹ ਸੱਚ ਦੇ ਰਾਹ ਨੂੰ ਛੱਡ ਜਾਂਦੇ ਨੇ। ਜੇ ਕੋਈ ਮੌਕਾ ਮਿਲਿਆ ਹੈ ਕਿ ਇਹ ਪ੍ਰਾਪਰਟੀ ਬੇਗਾਨੀ ਦਬਾ ਲਈਏ ਤਾਂ ਉਹ ਸੱਚ ਦੇ ਰਾਹ ਨੂੰ ਛੱਡ ਕੇ ਬੇਗਾਨੀ ਪ੍ਰਾਪਰਟੀ ਦਬਾ ਲੈਣਗੇ। ਉਹਨਾਂ ਨੇ ਸੁੱਖ ਨੂੰ ਇੱਕ ਨਹੀਂ। ਔਰ ਕਈ ਲੋਕ ਐਸੇ ਨੇ ਜੋ ਦੁੱਖਾਂ ਕਰਕੇ ਸੱਚ ਨੂੰ ਛੱਡ ਜਾਂਦੇ। ਜ਼ਿੰਦਗੀ ਵਿੱਚ ਦੁੱਖ ਆ ਗਿਆ, ਸਿਰ ਪੀੜ ਹੋ ਗਈ ਮੰਨ ਲਓ, ਤੇ ਸਿਰ ਪੀੜ ਹੋ ਜਾਏ ਤੇ ਅਸੀਂ ਪੈਰਾਸੀਟਾਮੋਲ ਦੀ ਗੋਲੀ ਲੈ ਕੇ ਨਹੀਂ ਖਾਂਦੇ, ਅਸੀਂ ਕਿਸੇ ਬਾਬੇ ਨੂੰ 51 ਪਾਉਂਡ ਦੇ ਕੇ ਪਾਣੀ ਲੈ ਆਉਂਦੇ, ਅਸੀਂ ਕਿਸੇ ਮੜੀ ਕਬਰ ਤੇ ਮੱਥਾ ਟੇਕਣ ਤੁਰ ਜਾਂਦੇ ਆ। ਤਾਂ ਦੁੱਖ ਦੇ ਅੰਦਰ ਵੀ ਬੰਦਾ ਸੱਚ ਨੂੰ ਛੱਡ ਗਿਆ। ਤਾਂ ਬਾਬਾ ਫਰੀਦ ਜੀ ਕਹਿ ਰਹੇ ਨੇ ਫਰੀਦਾ ਦੁੱਖ ਸੁੱਖ ਇੱਕ ਕਰ, ਦਿਲ ਤੇ ਲਾਹੇ ਵਿਕਾਰ। ਦਿਲ ਦਾ ਮਤਲਬ ਮੈਂਟੈਲਿਟੀ, ਤੇਰੀ ਸੋਚ ਦੇ ਅੰਦਰੋਂ ਵਿਕਾਰ ਪਾਪ ਨੂੰ ਖਤਮ ਕਰ ਦੇ
ਔਰ ਦੁੱਖ ਸੁੱਖ ਨੂੰ ਇੱਕ ਜਾਣ। ਦੁੱਖ ਆਵੇ ਜਾਂ ਸੁੱਖ ਆਵੇ, ਸੱਚ ਨੂੰ ਨਾ ਛੱਡੀ। ਹੁਣ ਦੇਖੋ ਦੁੱਖ ਸੁੱਖ ਇੱਕ ਕਿਵੇਂ ਹੈ। ਭਾਈ ਮਤੀ ਦਾਸ ਜੀ ਦੇ ਸਾਹਮਣੇ ਆਪਸ਼ਨ ਰੱਖਿਆ ਜਾ ਰਿਹਾ ਹੈ ਕਿ ਤੈਨੂੰ ਅਸੀਂ ਰਾਜਾ ਬਣਾ ਦਿੰਨੇ ਆ, ਜ਼ਮੀਨ ਮਿਲ ਜਾਏਗੀ, ਜਾਇਦਾਦ ਮਿਲ ਜਾਏਗੀ, ਆਉਣ ਵਾਲੀਆਂ ਤੇਰੀਆਂ ਪੀੜ੍ਹੀਆਂ ਆਨੰਦ ਲੈਣਗੀਆਂ, ਤੂੰ ਸੱਚ ਨੂੰ ਛੱਡ ਦੇ। ਆਪਸ਼ਨ ਹੈ ਨਾ, ਪਰ ਇਸ ਆਪਸ਼ਨ ਨੂੰ ਪੈਰ ਦੀ ਜੁੱਤੀ ਦੀ ਨੋਕ ਤੇ ਠੁਕਰਾ ਦਿੰਦਾ ਹੈ। ਉਹ ਕਹਿੰਦਾ ਮੈਨੂੰ ਇਹ ਨਹੀਂ ਚਾਹੀਦਾ, ਮੈਂ ਕੁਰਬਾਨ ਹੋਣ ਲਈ ਤਿਆਰ ਹਾਂ। ਹਿਊਮਨ ਰਾਈਟਸ ਬੰਦੇ ਨੂੰ ਮਿਲਣੇ ਚਾਹੀਦੇ ਨੇ, ਹਰ ਬੰਦੇ ਦਾ ਹੱਕ ਮਿਲਣਾ ਚਾਹੀਦਾ ਹੈ। ਤਾਂ ਹਿਊਮਨ ਰਾਈਟਸ ਵਾਸਤੇ ਭਾਈ ਮਤੀ ਦਾਸ ਜੀ ਆਪਣੇ ਆਪ ਨੂੰ ਆਰੇ ਦੇ ਨਾਲ ਚਿਰਾ ਲੈਂਦੇ। ਤਾਂ ਦੁੱਖ ਆਵੇ ਜਾਂ ਸੁੱਖ ਆਵੇ, ਸੱਚ ਦਾ ਤਿਆਗ ਨਾ ਕਰੋ ਔਰ ਪਾਪ ਨਾ ਕਮਾਓ। ਫਰੀਦਾ ਦੁੱਖ ਸੁੱਖ ਇੱਕ ਕਰ, ਦਿਲ ਤੇ ਲਾਹੇ ਵਿਕਾਰ। ਫਿਰ ਕੀ ਹੋਏਗਾ? ਅੱਲਾਹ ਭਾਵੈ ਸੋ ਭਲਾ। ਜੋ ਰੱਬ ਨੂੰ ਚੰਗਾ ਲੱਗਦਾ ਹੈ ਉਹ ਤੈਨੂੰ ਵੀ ਭਲਾ ਲੱਗੇ। ਜੋ ਰੱਬ ਨੂੰ ਭਾ ਜਾਂਦਾ ਹੈ ਉਹ ਭਲਾ ਹੈ। ਤਾਂ ਰੱਬ ਨੂੰ ਭਾਣ ਦਾ ਮਤਲਬ ਹੈ ਭਾਣਾ, ਰਜਾ, ਭਾਣਾ, ਲੇਖ। ਇਹਨਾਂ ਸਾਰਿਆਂ ਨੂੰ ਸਮਝਣ ਵਾਸਤੇ ਇੱਕ ਸ਼ਬਦ ਆਪ ਵਰਤ ਸਕਦੇ ਹੋ, ਸਿਸਟਮ। ਇਹ ਜੋ ਪੂਰੀ ਕੁਦਰਤ ਚੱਲ ਰਹੀ ਹੈ, ਇਹ ਰੱਬੀ ਰਜਾ ਵਿੱਚ। ਰੱਬੀ ਰਜਾ ਦਾ ਮਤਲਬ ਇਹ ਨਹੀਂ ਕਿ ਰੱਬ ਕਿਤੇ ਉੱਤੇ ਆਕਾਸ਼ ਵਿੱਚ ਬੈਠ ਕੇ ਹੁਕਮ ਕਰ ਰਿਹਾ ਹੈ ਕਿ ਇੰਜ ਕਰੋ, ਇੰਜ ਕਰੋ, ਤੇ ਅਵਤਾਰ ਭੇਜਦਾ ਹੈ ਵੀ ਤੁਸੀਂ ਜਾ ਕੇ ਇੰਜ ਇੰਜ ਕਰੋ। ਐਵੇਂ ਨਹੀਂ ਹੈ। ਰੱਬ ਇੱਕ ਸਰਵ ਵਿਆਪਕ ਸੱਤਿਆ ਹੈ ਤੇ ਇਹ ਸਾਰੀ ਕਾਇਨਾਤ ਰੱਬ ਦੇ ਹੁਕਮ ਦਾ ਮਤਲਬ ਹੈ ਲਾ ਆਫ ਨੇਚਰ, ਕੁਦਰਤ ਦੇ ਨਿਯਮ। ਉਹਨਾਂ ਨੇਮਾਂ ਦੇ ਅੰਦਰ ਇਹ ਸਾਰਾ ਸੰਸਾਰ ਚੱਲ ਰਿਹਾ ਹੈ। ਤੇ ਜੇ ਨੇਮਾਂ ਦੇ ਅੰਦਰ ਚੱਲੋਗੇ ਤਾਂ ਜ਼ਿੰਦਗੀ ਸੁਖੀ ਔਰ ਸ਼ਾਂਤ ਰਹੇਗੀ, ਤੇ ਜੇ ਨੇਮਾਂ ਨੂੰ ਤੋੜੋਗੇ ਤਾਂ ਪ੍ਰੋਬਲਮ ਆਏਗੀ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ, ਇਸ ਕਰਕੇ ਜੋ ਰੱਬੀ ਰਜਾ ਹੈ, ਜੋ ਲਾ ਆਫ ਨੇਚਰ ਹੈ, ਇਹਦੇ ਮੁਤਾਬਕ ਜ਼ਿੰਦਗੀ ਜੀਵੋ। ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰੋ, ਤੇ ਫਿਰ ਕੀ ਹੋਏਗਾ? ਤਾਂ ਲੱਭੀ ਦਰਬਾਰ, ਤਾਂ ਤੁਹਾਨੂੰ ਰੱਬ ਦਾ ਦਰਬਾਰ ਲੱਭ ਜਾਏਗਾ। ਭਾਵ ਰੱਬ ਮਿਲ ਜਾਏਗਾ, ਤੁਸੀਂ ਰੱਬ ਦੇ ਅੰਦਰ ਅਪੇਦ ਹੋ ਜਾਓਗੇ। ਤਾਂ ਰੱਬ ਨੂੰ ਪਾਉਣ ਦਾ ਮਤਲਬ ਹੈ ਰੱਬੀ ਗੁਣਾਂ ਨੂੰ ਪਾ ਲੈਣਾ। ਜਿਵੇਂ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ ਦੇ ਸ਼ੁਭ ਜਜ਼ਬੇ ਨੇ। ਜਿਨ੍ਹਾਂ ਨੇ ਇਹਨਾਂ ਨੂੰ ਪਾ ਲਿਆ, ਜਿਨ੍ਹਾਂ ਨੇ ਆਪਣੀ ਸੁਰਤ ਨੂੰ ਇਹਨਾਂ ਗੁਣਾਂ ਦੇ ਵਿੱਚ ਇੱਕ ਕਰ ਦਿੱਤਾ, ਉਹਨੂੰ ਸਮਝ ਲਓ ਉਹਨੇ ਰੱਬ ਨੂੰ ਪਾ ਲਿਆ। ਰੱਬ ਨੂੰ ਪਾਉਣ ਦਾ ਮਤਲਬ ਇਹ ਨਹੀਂ ਕਿ ਰੱਬ ਤੁਹਾਡੇ ਸਾਹਮਣੇ ਕੋਈ ਬੰਦੇ ਵਰਗਾ ਆਣ ਕੇ ਖਲੋ ਜਾਏਗਾ ਤੇ ਫਿਰ ਤੁਹਾਨੂੰ ਕਹੇਗਾ ਵੀ ਮੰਗੋ ਕੀ ਮੰਗਦੇ ਹੋ, ਮੈਂ ਜੋ ਤੁਹਾਡੇ ਤੋਂ ਖੁਸ਼ ਹਾਂ। ਇਹ ਨਹੀਂ ਹੈ। ਰੱਬ ਨੂੰ ਪਾਉਣ ਦਾ ਮਤਲਬ ਰੱਬ ਦੇ ਗੁਣਾਂ ਨੂੰ ਪਾ ਲੈਣਾ ਹੈ, ਗੁਣਾਂ ਦੇ ਅੰਦਰ ਲੀਨ ਹੋ ਜਾਣਾ ਹੈ। ਤਾਂ ਬਾਬਾ ਫਰੀਦ ਜੀ ਕਹਿ ਰਹੇ ਨੇ, ਜੇ ਤੁਸੀਂ ਐਸੀ ਚੰਗੀ ਜ਼ਿੰਦਗੀ ਜੀਵੋਗੇ ਤਾਂ ਤੁਸੀਂ ਰੱਬ ਦੇ ਅੰਦਰ ਮਿਲ ਕੇ ਰੱਬ ਵਰਗੇ ਹੋ ਜਾਓਗੇ। ਤਾਂ ਦੇਖੋ, ਇਸ ਸ਼ਲੋਕ ਦੇ ਉੱਤੇ ਜੇ ਅਮਲ ਕਰ ਲਿਆ ਜਾਏ, ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕੀਤਾ ਜਾਏ, ਤਾਂ ਹਰ ਇਨਸਾਨ ਰੱਬ ਵਰਗਾ ਹੋ ਸਕਦਾ ਹੈ। ਇਹ ਪੋਸੀਬਿਲਿਟੀ ਹਰ ਇੱਕ ਦੇ ਅੰਦਰ ਹੈ, ਮੇਰੇ ਵਿੱਚ ਵੀ, ਤੁਹਾਡੇ ਵਿੱਚ ਵੀ। ਤੇ ਦੁਨੀਆ ਦਾ ਇੱਕ ਵੀ ਇਨਸਾਨ ਇਹ ਨਹੀਂ ਕਹਿ ਸਕਦਾ ਕਿ ਮੇਰੇ ਅੰਦਰ ਗੁਣ ਨਹੀਂ ਹਨ। ਘੱਟ ਘੱਟ ਮੈਂ ਹਰਦੂ ਵਸੇ, ਹਰ ਇੱਕ ਦੇ ਅੰਦਰ ਰੱਬ ਵਸਦਾ ਹੈ। ਇਹਦਾ ਮਤਲਬ ਕਿ ਹਰ ਇਨਸਾਨ ਦੇ ਅੰਦਰ ਸ਼ੁਭ ਗੁਣ ਮੌਜੂਦ ਨੇ। ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ, ਇਹ ਗੁਣ ਹਰ ਇੱਕ ਦੇ ਵਿੱਚ ਮੌਜੂਦ ਨੇ। ਕੋਈ ਸਾਡੇ ਵਿੱਚੋਂ ਹੱਥ ਖੜਾ ਕਰਕੇ ਇਹ ਨਹੀਂ ਕਹਿ ਸਕਦਾ ਕਿ ਮੇਰੇ ਵਿੱਚ ਇਹ ਗੁਣ ਨਹੀਂ ਹਨ। ਹਾਂ, ਇਹ ਗੱਲ ਅਸੀਂ ਸਾਰੇ ਕਹਿ ਸਕਦੇ ਹਾਂ ਕਿ ਅਸੀਂ ਇਹਨਾਂ ਗੁਣਾਂ ਨੂੰ ਯੂਜ਼ ਨਹੀਂ ਕਰਦੇ, ਵਰਤੋਂ ਵਿੱਚ ਨਹੀਂ ਲਿਆਉਂਦੇ। ਸੱਚ ਦਾ ਸਾਨੂੰ ਪਤਾ ਹੈ, ਪਰ ਅਸੀਂ ਬੋਲਦੇ ਝੂਠ ਹਾਂ। ਸਾਡੇ ਅੰਦਰ ਪ੍ਰੇਮ ਹੈ, ਅਸੀਂ ਪਤੀ ਪਤਨੀ, ਭੈਣ ਭਰਾ, ਮਾਂ ਬਾਪ ਪ੍ਰੇਮ ਦੇ ਨਾਲ ਰਹਿ ਸਕਦੇ ਹਾਂ। ਵੀਰ ਜੀ, ਪਾਠ ਕਰਨਾ ਹੈ? ਕਿਉਂ ਭਾਈ ਸਾਹਿਬ, ਪਾਠ ਕਰਨਾ ਹੈ? ਪਾਠ ਕਰਨਾ? ਓਕੇ ਓਕੇ ਓਕੇ। ਤਾਂ ਅਸੀਂ ਗੁਣਾਂ ਨੂੰ ਯੂਜ਼ ਨਹੀਂ ਕਰਦੇ। ਅਸੀਂ ਪਤੀ ਪਤਨੀ, ਭੈਣ ਭਰਾ, ਬੱਚੇ, ਘਰ ਦੇ ਵਿੱਚ ਪ੍ਰੇਮ ਦੇ ਨਾਲ ਰਹਿ ਸਕਦੇ ਹਾਂ। ਸਾਡੇ ਅੰਦਰ ਪ੍ਰੇਮ ਹੈ, ਪਰ ਅਸੀਂ ਪ੍ਰੇਮ ਦੇ ਨਾਲ ਰਹਿੰਦੇ ਨਹੀਂ। ਇਹ ਸਾਡੀ ਪ੍ਰੋਬਲਮ ਹੈ ਨਾ। ਅਸੀਂ ਪਹਿਲਾਂ ਵੀ ਮੈਂ ਬੇਨਤੀ ਕੀਤੀ ਸੀ ਕਿ ਚੰਗੀ ਜ਼ਿੰਦਗੀ ਜੀਣੀ, ਰੱਬ ਦੇ ਨਾਲ ਮਿਲਣਾ ਦੁਨੀਆ ਦਾ ਸਭ ਤੋਂ ਸੌਖਾ ਕੰਮ ਹੈ, ਬਿਲਕੁਲ ਸੌਖਾ ਕੰਮ ਹੈ। ਪਰ ਆਮ ਅਸੀਂ ਕਹਿੰਦੇ ਹਾਂ ਨਹੀਂ ਜੀ, ਇਹ ਜ਼ਿੰਦਗੀ ਤਾਂ ਔਖੀ ਹੈ, ਇਹ ਤਾਂ ਕਥਾ ਹੋ ਸਕਦੀ ਹੈ, ਸਟੇਜ ਤੇ ਗੱਲਾਂ ਹੋ ਸਕਦੀਆਂ ਨੇ, ਕਿਤਾਬੀ ਗੱਲਾਂ ਨੇ, ਇਹ ਤਾਂ ਕੋਈ ਭਾਈ ਸਟੇਜ ਤੇ ਬਹਿ ਕੇ ਕਰ ਸਕਦਾ ਹੈ। ਐਵੇਂ ਦੀ ਜ਼ਿੰਦਗੀ ਜੀਵੀ ਥੋੜਾ ਜਾ ਸਕਦੀ ਹੈ। ਇਹੋ ਜਿਹੀ ਜ਼ਿੰਦਗੀ ਜੀਣੀ ਤੇ ਬੜੀ ਔਖੀ ਹੈ। ਪਰ ਇਹ ਸਾਡੀਆਂ ਗਲਤ ਧਾਰਨਾਵਾਂ ਨੇ, ਸਾਡੇ ਦਿਮਾਗ ਅੰਦਰ ਗਲਤ ਪਾ ਦਿੱਤੀਆਂ ਨੇ। ਹਜ਼ਾਰਾਂ ਹਜ਼ਾਰਾਂ ਵਾਰ, ਲੱਖਾਂ ਲੱਖਾਂ ਵਾਰ ਇਹ ਗੱਲਾਂ ਕਹਿ ਦਿੱਤੀਆਂ ਗਈਆਂ ਕਿ ਇਹ ਜ਼ਿੰਦਗੀ ਜੀਵੀ ਨਹੀਂ ਜਾ ਸਕਦੀ।
ਧਰਮ ਨੂੰ, ਫਰਜ਼ਾਂ ਨੂੰ ਅਪਣਾਇਆ ਨਹੀਂ ਜਾ ਸਕਦਾ। ਸਾਡੇ ਸਬਕੌਂਸ਼ੀਅਸ ਮਾਈਂਡ ਅੰਦਰ ਇਹ ਚਲੀਆਂ ਗਈਆਂ, ਇਸ ਕਰਕੇ ਅਸੀਂ ਜੀਣਾ ਹੀ ਨਹੀਂ ਚਾਹੁੰਦੇ। ਤਾਂ ਚੰਗੀ ਜ਼ਿੰਦਗੀ ਜੀਵੀ ਨਹੀਂ ਜਾ ਸਕਦੀ। ਜਦੋਂ ਇਹ ਗੱਲ ਅਸੀਂ ਕਹਿੰਦੇ ਆ ਨਾ, ਤਾਂ ਉਹਦਾ ਮੀਨਿੰਗ ਇਹ ਨਹੀਂ ਹੁੰਦਾ ਕਿ ਜੀਵੀ ਨਹੀਂ ਜਾ ਸਕਦੀ, ਉਹਦਾ ਮੀਨਿੰਗ ਇਹ ਹੁੰਦਾ ਹੈ ਕਿ ਅਸੀਂ ਜੀਣਾ ਹੀ ਨਹੀਂ ਚਾਹੁੰਦੇ। ਮੈਂ ਥੋੜੀ ਜਿਹੀ ਮਿਸਾਲ ਫਿਰ ਦੁਹਰਾ ਦਿਆਂ, ਕਿਉਂਕਿ ਇੱਥੇ ਹੋਰ ਵੀਰ ਭੈਣਾਂ ਬੱਚੇ ਵੀ ਬੈਠੇ ਨੇ। ਜਿਵੇਂ ਅਸੀਂ ਕਹੀਏ ਵੀ ਚੰਗੀ ਜ਼ਿੰਦਗੀ ਜੀਣੀ ਔਖੀ ਹੈ, ਤਾਂ ਔਖੀ ਨਹੀਂ ਹੈ। ਜਿਵੇਂ ਬੱਚੇ ਤੁਸੀਂ ਸਾਰੇ ਮੇਰੀਆਂ ਧੀਆਂ ਭੈਣ ਬੈਠੇ, ਥੋੜਾ ਮੁਸਕਰਾਓ ਸਾਰੇ, ਤੁਸੀਂ ਮੁਸਕਰਾਓ। ਦੇਖੋ ਹੁਣ ਮੁਸਕਰਾਉਣਾ ਕਿੰਨਾ ਸੌਖਾ ਹੈ। ਤੇ ਹੁਣ ਘੂਰੀਆਂ ਵੱਟੋ, ਤਾਂ ਘੂਰੀਆਂ ਵੱਟਣੀਆਂ ਔਖੀਆਂ ਨੇ ਨਾ। ਨੂੰ ਸੱਸ ਇੱਕ ਦੂਜੀ ਨੂੰ ਜੱਫੀ ਪਾਣ, ਇੱਕ ਦੂਜੇ ਦੇ ਮੂੰਹ ਵਿੱਚ ਗਰਾਹੀਆਂ ਪਾਣ, ਇਹ ਕੰਮ ਸੌਖਾ ਹੈ ਕਿ ਨੂੰਹ ਨੇ ਸੱਸ ਦੀ ਗੁੱਤ ਫੜੀ ਹੋਵੇ ਤੇ ਸੱਸ ਨੇ ਨੂੰਹ ਦੀਆਂ ਲਿੰਮਾਂ ਫੜੀਆਂ ਹੋਣ? ਉਹ ਸੌਖਾ ਹੈ। ਸੌਖਾ ਕੰਮ ਤੇ ਪ੍ਰੇਮ ਨਾਲ ਰਹਿਣਾ ਹੈ, ਸੌਖਾ ਕੰਮ ਤੇ ਸੱਚ ਬੋਲਣਾ ਹੈ, ਸੌਖਾ ਕੰਮ ਤੇ ਮੁਸਕਰਾਉਣਾ ਹੈ, ਸੌਖਾ ਕੰਮ ਤੇ ਹੱਸਣਾ ਹੈ, ਸੌਖਾ ਕੰਮ ਤੇ ਚੰਗੇ ਕੰਮ ਕਰਨੇ ਨੇ। ਬੁਰਾਈਆਂ ਕਰਨੀਆਂ ਔਖੀਆਂ ਨੇ। ਇਸ ਲਈ ਸਾਨੂੰ ਆਪਣੀ ਧਾਰਨਾ ਬਦਲਣੀ ਪਵੇਗੀ। ਅੱਲਾਹ ਪਾਵੇ ਸੋ ਭਲਾ, ਤਾਂ ਲੱਭੀ ਦਰਬਾਰ। ਜੇ ਤੁਸੀਂ ਐਸੇ ਕਰਮ ਕਰੋਗੇ, ਰੱਬੀ ਰਜ਼ਾ ਵਿੱਚ ਰਹੋਗੇ, ਤਾਂ ਤੁਹਾਨੂੰ ਦਰਬਾਰ ਲੱਭ ਜਾਏਗਾ। ਭਾਵ ਤੁਸੀਂ ਰੱਬ ਦੇ ਅੰਦਰ ਅਪੇਦ ਹੋ ਕੇ ਰੱਬ ਦੇ ਅੰਦਰ ਸਮਾ ਜਾਓਗੇ। ਵੀਰ ਜੀ, ਜੇ ਪਾਠ ਕਰਨਾ ਸੰਗਤ ਵਾਸਤੇ, ਤੇ ਮੈਂ ਇੱਥੋਂ ਚਲਾ ਰਿਹਾ। ਜਦੋਂ ਆਰੰਭ ਕਰਨਾ ਫਿਰ ਮੈਨੂੰ ਦੱਸ ਦਿਓ ਜੀ, ਫਿਰ ਮੈਂ ਉੱਥੇ ਬਾਹਰ ਦੱਸ ਦਿਓ। ਓਕੇ। ਅਗਲਾ ਸ਼ਲੋਕ ਜੋ ਹੈ, ਇਹ ਵੀ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਗੁਰੂ ਜੀ ਕਹਿੰਦੇ ਨੇ, ਫਰੀਦਾ ਦੁਨੀ ਵਜਾਈ ਵੱਜਦੀ, ਤੂੰ ਭੀ ਵੱਜੈ ਨਾਲ, ਸੋਈ ਜਿਉ ਨਾ ਵੱਜਦਾ, ਜਿਸ ਅੱਲਾਹ ਕਰਦਾ ਸਾਰ। ਦੁਨੀ ਦਾ ਮਤਲਬ ਵੀ ਦੁਨੀਆ, ਦੁਨੀਆ ਦੇ ਸਾਰੇ ਲੋਕ। ਵਜਾਈ ਦਾ ਮਤਲਬ, ਜਿਵੇਂ ਹੁਣ ਕੋਈ ਬੰਸਰੀ ਵਜਾਉਂਦਾ ਹੈ, ਹਾਰਮੋਨੀਅਮ ਵਜਾਉਂਦਾ ਹੈ, ਤਾਂ ਜਿਹੜਾ ਉਹ ਟਿਊਨ ਕੱਢਣੀ ਚਾਹੇਗਾ ਉਵੇਂ ਹੀ ਹਾਰਮੋਨੀਅਮ ਵੱਜੇਗਾ। ਹਾਰਮੋਨੀਅਮ ਆਪਣੇ ਆਪ ਵਿੱਚ ਕੁਝ ਨਹੀਂ, ਬੰਸਰੀ ਆਪਣੇ ਆਪ ਵਿੱਚ ਕੁਝ ਨਹੀਂ। ਵਜਾਉਣ ਵਾਲੇ ਦਾ ਜੈਸਾ ਮੂਡ ਹੈ, ਵੈਸਾ ਹੀ ਉਹ ਸਾਜ਼ ਵੱਜੇਗਾ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ, ਸਾਰੀ ਦੁਨੀਆ ਮਾਇਆ ਦੀ ਵਜਾਈ ਹੋਈ ਵੱਜਦੀ ਹੈ, ਮਾਇਆ ਦੀ ਪ੍ਰੇਰੀ ਹੋਈ ਚੱਲ ਰਹੀ ਹੈ। ਤੇ ਮਾਇਆ ਦਾ ਮਤਲਬ ਪੈਸਾ ਨਹੀਂ ਹੈ, ਮਾਇਆ ਦਾ ਮਤਲਬ ਔਰਤ ਵੀ ਨਹੀਂ ਹੈ, ਕਿਉਂਕਿ ਬਹੁਤ ਧਰਮੀ ਲੋਕਾਂ ਨੇ ਔਰਤ ਨੂੰ ਮਾਇਆ ਕਹਿ ਕੇ ਭੰਡਿਆ, ਪੈਸੇ ਨੂੰ ਮਾੜਾ ਕਹਿ ਕੇ ਭੰਡਿਆ। ਪਰ ਗੁਰਬਾਣੀ ਅਨੁਸਾਰ ਨਾ ਤਾਂ ਪੈਸਾ ਮਾਇਆ ਹੈ, ਨਾ ਔਰਤ ਮਾਇਆ ਹੈ। ਔਰਤ ਨੂੰ ਗੁਰਬਾਣੀ ਦੇ ਅੰਦਰ ਰੱਬ ਵਰਗਾ ਪਿਆਰ ਸਤਿਕਾਰ ਦਿੱਤਾ ਗਿਆ ਹੈ। ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ, ਉਸ ਨੂੰ ਮਾੜਾ ਕਿਉਂ ਕਿਹਾ ਜਾਏ, ਜਿਸ ਨੇ ਰਿਸ਼ੀਆਂ ਮੁਨੀਆਂ, ਚੰਗੀਆਂ ਮਹਾਨ ਆਤਮਾਵਾਂ, ਡਾਕਟਰ, ਵਿਗਿਆਨਕਾਂ ਨੂੰ ਜਨਮ ਦਿੱਤਾ ਹੈ। ਇਸ ਲਈ ਔਰਤ ਮਾਇਆ ਨਹੀਂ, ਪੈਸਾ ਮਾਇਆ ਨਹੀਂ। ਮਾਇਆ ਇੱਕ ਮੈਂਟੈਲਿਟੀ ਦਾ ਨਾਮ ਹੈ। ਉਹ ਮੈਂਟੈਲਿਟੀ, ਉਹ ਸੋਚ, ਜੋ ਸੋਚ ਸਾਨੂੰ ਰੱਬ ਨਾਲੋਂ ਤੋੜਦੀ ਹੈ, ਜੋ ਸੋਚ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ, ਇਹ ਸਾਰੀ ਦੁਨੀਆ ਉਸ ਸੋਚ ਦੀ ਵਜਾਈ ਹੋਈ ਵੱਜ ਰਹੀ ਹੈ। ਹੁਣ ਦੇਖੋ, ਸਾਡਾ ਇੱਕ ਸਰੀਰ ਵਾਜਾ ਹੈ, ਇਹਨੂੰ ਵਜਾਉਣਾ ਹੈ। ਇਹ ਤੁਹਾਡੇ ਤੇ ਡਿਪੈਂਡ ਕਰੇਗਾ ਕਿ ਤੁਸੀਂ ਕਿਵੇਂ ਵਜਾਉਂਦੇ ਹੋ। ਕੋਈ ਕਾਮ ਦਾ ਵਾਜਾ ਵਜਾ ਰਿਹਾ ਹੈ, ਕੋਈ ਕ੍ਰੋਧ ਦਾ, ਕੋਈ ਲੋਭ ਦਾ, ਕੋਈ ਮੋਹ ਦਾ, ਕੋਈ ਹੰਕਾਰ ਦਾ, ਤੇ ਕੋਈ ਸੱਚ ਦਾ ਵਾਜਾ ਵਜਾ ਰਿਹਾ ਹੈ, ਦਇਆ ਦਾ, ਪ੍ਰੇਮ ਦਾ, ਮੁਹੱਬਤ ਦਾ, ਇਨਸਾਨੀਅਤ ਦਾ। ਇਹ ਤੇ ਬੰਦੇ ਤੇ ਡਿਪੈਂਡ ਕਰੇਗਾ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਹੇ ਫਰੀਦ, ਦੁਨੀਆ ਦੇ ਲੋਕ ਵਾਜੇ ਨੇ ਜੋ ਮਾਇਆ ਦੇ ਵਜਾਏ ਹੋਏ ਵੱਜ ਰਹੇ ਨੇ। ਤੂੰ ਭੀ ਵੱਜੇ ਨਾਲ, ਤੂੰ ਭੀ ਦਾ ਮਤਲਬ ਤੂੰ ਹੀ, ਤੇ ਤੂੰ ਹੀ ਮਾਇਆ ਦਾ ਨਚਾਇਆ ਹੋਈ ਨੱਚੀ ਜਾਂਦਾ ਹੈ। ਜਿਵੇਂ ਦੁਨੀਆ ਵੱਜ ਰਹੀ ਹੈ, ਉਵੇਂ ਤੂੰ ਹੀ ਵੱਜੀ ਜਾ ਰਿਹਾ। ਜਿਹੜੇ ਰਾਹ ਤੇ ਦੁਨੀਆ ਜਾ ਰਹੀ ਹੈ, ਉਸੇ ਰਾਹ ਤੇ ਤੂੰ ਹੀ ਤੁਰਿਆ ਜਾ ਰਿਹਾ ਹੈ। ਇੱਕ ਕਹਾਵਤ ਨਾ, ਚਲਤੇ ਕੀ ਪਿੱਛੇ ਚਲੇ ਲੋਗਨ ਕੀ ਭੇਡਾ ਚਾਲ। ਇੱਕ ਭੇਡ ਦੇ ਪਿੱਛੇ ਸਾਰੀਆਂ ਭੇਡਾਂ, ਜਿੱਧਰ ਇੱਕ ਤੁਰ ਪਿਆ ਉਧਰ ਦੁਨੀਆ। ਕਬੀਰ ਜੀ ਨੇ ਬਚਨ ਕੀਤਾ ਨਾ, ਕਬੀਰ ਜਿਹ ਮਾਰਗ ਪੰਡਿਤ ਗਏ, ਪਾਛੇ ਪਰੀ ਬਹੀਰ, ਇੱਕ ਅਵਕਟ ਘਾਟੀ ਰਾਮ ਕੀ ਤਿਹ ਚੜ ਰਹੇ ਹੋ ਕਬੀਰ। ਕਿ ਜੋ ਕਰਮ ਕਾਂਡੀ ਨੇ, ਵਿਖਾਵੇ ਦੇ ਪਾਠ ਪੂਜਾ, ਵਿਖਾਵੇ ਦੇ ਜੋ ਕਰਮ ਕਾਂਡ ਨੇ, ਉਧਰ ਲੋਕ ਜਾ ਰਹੇ ਨੇ ਤੇ ਤੂੰ ਹੀ ਉਧਰ ਹੀ ਤੁਰਿਆ ਜਾ ਰਿਹਾ ਹੈ। ਅਸੀਂ ਵੀ ਬਿਨਾਂ ਸਮਝ ਤੋਂ, ਲੋਕ ਤੀਰਥਾਂ ਤੇ ਨਹਾਉਣ ਨੂੰ ਪਵਿੱਤਰ ਸਮਝਦੇ ਨੇ, ਵੀ ਤੀਰਥਾਂ ਤੇ ਨਹਾਤਿਆਂ ਪਾਪ ਉਤਰ ਨੇ, ਅਸੀਂ ਵੀ ਟੁੱਕੀਆਂ ਲਗਾ ਰਹੇ ਹਾਂ।
ਲੋਕ ਵਰਤਨ ਰਾਤੇ ਸਰਾਧ ਕਰ ਰਹੇ ਨੇ, ਅਸੀਂ ਵੀ ਕਰੀ ਜਾ ਰਹੇ ਹਾਂ। ਪਤਾ ਨਹੀਂ ਕਿਉਂ ਕਰ ਰਹੇ ਹਾਂ, ਉਹਦਾ ਰਿਜ਼ਲਟ ਕੀ ਨਿਕਲੇਗਾ ਉਸ ਬਾਰੇ ਪਤਾ ਨਹੀਂ ਹੈ। ਜਿਵੇਂ ਲੋਕ ਕਰੀ ਜਾ ਰਹੇ ਨੇ, ਅਸੀਂ ਵੀ ਕਰੀ ਜਾ ਰਹੇ। ਵਿਕਾਰਾਂ ਵਾਲੀ ਜ਼ਿੰਦਗੀ ਬੰਦਾ ਈਰਖਾ ਦਵੇਸ਼ ਵਾਲੀ ਜੀਵੀ ਜਾ ਰਿਹਾ ਹੈ। ਤਾਂ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਸੋਈ ਜਿਉ ਨਾ ਵੱਜਦਾ ਜਿਸ ਅੱਲਾਹ ਕਰਦਾ ਸਾਰ। ਇਹਨੂੰ ਅੱਲਾਹ ਨਹੀਂ ਪੜਨਾ, ਅੱਲਾਹ। ਉਹ ਭਾਗਾਂ ਵਾਲਾ ਜੀਵ ਮਾਇਆ ਦਾ ਵਜਾਇਆ ਹੋਇਆ ਨਹੀਂ ਵੱਜਦਾ, ਜਿਹਦੀ ਸੰਭਾਲ ਰੱਬ ਕਰਦਾ ਹੈ। ਜੋ ਰੱਬ ਦੀ ਰਜ਼ਾ ਵਿੱਚ ਤੁਰਦਾ ਹੈ ਨਾ, ਉਹ ਇਹੋ ਜਿਹੇ ਕਰਮ ਨਹੀਂ ਕਰਦਾ, ਉਹ ਦੁਨੀਆ ਦੇ ਨਾਲ ਨਹੀਂ ਵੱਜਦਾ। ਉਹਦੀ ਜੋ ਜ਼ਿੰਦਗੀ ਹੈ, ਉਹਦੀ ਸੋਚ ਵੱਖਰੀ ਹੈ, ਉਹਦਾ ਸੱਚ ਦਾ ਮਾਰਗ ਹੈ। ਇਸ ਲਈ ਵਿਵੇਕ ਬੁੱਧ ਨੂੰ ਅਸਾਂ ਵਰਤਣਾ ਹੈ। ਗੁਰੂ ਦੇ ਪਾਵਨ ਚਰਨਾਂ ਵਿੱਚ ਅਸੀਂ ਆਣ ਕੇ ਵਿਵੇਕ ਬੁੱਧ ਮੰਗਦੇ ਹਾਂ। ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ। ਵਿਵੇਕ ਬੁੱਧੀ, ਚੰਗੇ ਔਰ ਮਾੜੇ ਦੀ ਪਹਿਚਾਨ ਦੀ ਸਮਝ ਗੁਰਦੇਵ ਪਾਤਸ਼ਾਹ ਪਾਸੋਂ ਮੰਗੀ ਜਾ ਰਹੀ ਹੈ। ਤਾਂ ਉਹ ਇਨਸਾਨ, ਉਹ ਜੀਵ ਮਾਇਆ ਦਾ ਵਜਾਇਆ ਹੋਇਆ ਨਹੀਂ ਵੱਜਦਾ, ਜਿਹੜਾ ਇਨਸਾਨ ਦੀ ਸਾਰ ਰੱਬ ਲੈ ਰਿਹਾ ਹੈ। ਭਾਵ ਜੋ ਰੱਬ ਦੇ ਚਰਨਾਂ ਦੀ ਸ਼ਰਨ ਵਿੱਚ ਹੈ, ਜੋ ਰੱਬੀ ਰਜ਼ਾ ਵਿੱਚ ਚੱਲ ਰਿਹਾ ਹੈ, ਜੋ ਰੱਬੀ ਗੁਣਾਂ ਦਾ ਧਾਰਨੀ ਹੈ, ਉਹਦੇ ਜੀਵਨ ਦੇ ਅੰਦਰ ਪਾਪ ਵਿਕਾਰ ਨਹੀਂ ਹਨ। ਉਹ ਇਸ ਸੋਚ ਦੇ ਰਾਸਤੇ ਦੇ ਉੱਤੇ ਨਹੀਂ ਚੱਲਦਾ ਪਿਆ। ਇਸ ਲਈ ਸਾਡੇ ਅੰਦਰ ਇੱਕ ਨਾ ਦ੍ਰਿੜਤਾ ਚਾਹੀਦੀ ਹੈ। ਕਿ ਉਹ ਦ੍ਰਿੜਤਾ ਕਾਹਦੀ ਚਾਹੀਦੀ ਹੈ? ਕਿ ਜਿੱਧਰ ਲੋਕ ਜਾ ਰਹੇ ਨੇ, ਉਧਰ ਅਸੀਂ ਧੱਕੇ ਨਾਲ ਐਵੇਂ ਨਹੀਂ ਚਲੇ ਜਾਣਾ। ਇਹਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਲੋਕਾਂ ਦਾ ਵਿਰੋਧ ਹੀ ਕਰਨਾ ਹੈ। ਗੱਲ ਇਹ ਨਹੀਂ ਹੈ। ਸੱਚ ਨੂੰ ਜ਼ਰੂਰ ਪਰਖਣਾ ਹੈ ਵੀ ਸੱਚ ਕੀ ਹੈ, ਸੱਚ ਦੇ ਰਾਹ ਤੇ ਚੱਲਣਾ ਹੈ। ਇਸ ਗੱਲ ਦੀ ਪਰਵਾਹ ਨਹੀਂ ਕਰਨੀ ਕਿ ਭੀੜ ਕਿੱਧਰ ਹੈ। ਸੱਚ ਦੇ ਰਾਹਾਂ ਦੇ ਉੱਤੇ ਚੱਲਣਾ ਹੈ। ਤੇ ਯਾਦ ਰੱਖਣਾ, ਸੱਚ ਦੇ ਰਾਹਾਂ ਤੇ ਭੀੜ ਬਹੁਤ ਘੱਟ ਹੁੰਦੀ ਹੈ, ਤੇ ਜਿੱਧਰ ਭੀੜ ਬਹੁਤ ਜ਼ਿਆਦਾ ਹੋਵੇ ਉਧਰ ਸੱਚ ਬਹੁਤ ਘੱਟ ਹੁੰਦਾ। ਤਾਂ ਜ਼ਰੂਰਤ ਇਸ ਚੀਜ਼ ਦੀ ਹੈ ਕਿ ਆਮ ਦੁਨੀਆ ਦੇ ਨਾਲ ਵੇਖਾ ਵੇਖੀ ਸਾਨੂੰ ਕਰਮ ਕਾਂਡ ਨਹੀਂ ਕਰਨੇ ਚਾਹੀਦੇ। ਵੇਖਾ ਵੇਖੀ ਸਾਨੂੰ ਪਾਪ ਅਪਰਾਧ ਨਹੀਂ ਕਮਾਣੇ ਚਾਹੀਦੇ। ਸਗੋਂ ਸੱਚ ਨੂੰ ਸਮਝ ਕੇ ਸੱਚੀ ਜ਼ਿੰਦਗੀ ਜੀਣ ਦਾ ਯਤਨ ਕਰਨਾ ਚਾਹੀਦਾ ਹੈ। ਤਾਂ ਸਾਡਾ ਇਹ ਜੀਵਨ ਸੌਖਾ ਸੁਖਾਲਾ ਹੋ ਸਕਦਾ ਹੈ। ਅਗਲਾ ਸ਼ਲੋਕ ਵੀ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਹੀ ਹੈ। ਫਰੀਦਾ ਦਿਲ ਰਤਾ ਇਸ ਦੁਨੀ ਸਿਉ। ਇਹਨੂੰ ਰਤਾ ਨਹੀਂ ਪੜਨਾ। ਜੇ ਰਤਾ ਪੜਾਂਗੇ ਤੇ ਇਹਦਾ ਮੀਨਿੰਗ ਹੋ ਜਾਏਗਾ ਰਤਕ। ਰਾਰੇ ਤੇ ਅੱਧਕ ਲਗਾ ਕੇ ਪੜਾਂਗੇ ਰੱਤਾ। ਰੱਤਾ ਦਾ ਮਤਲਬ ਰੰਗਿਆ ਹੋਇਆ। ਫਰੀਦਾ ਦਿਲ ਰੱਤਾ ਇਸ ਦੁਨੀ ਸਿਉ। ਦੁਨੀ ਨਾ ਕਿਤੈ ਕੰਮ ਮਿਸਲ ਫਕੀਰਾਂ ਗਾਖੜੀ ਸੋ ਪਾਈਐ ਪੂਰ ਕਰਮ। ਦੁਨੀ ਮਾਇਆ ਵਾਲੀ ਖੇਲ। ਜਿਹੜਾ ਦਿਲ ਹੈ, ਬੰਦੇ ਦਾ ਮਨ ਹੈ, ਦੁਨੀਆ ਦੇ ਪਦਾਰਥਾਂ, ਚਸਕਿਆਂ, ਵਿਕਾਰਾਂ ਦੇ ਨਾਲ ਹੀ ਰੰਗਿਆ ਹੋਇਆ ਹੈ। ਦੁਨੀ ਨਾ ਕਿਤੇ ਕੰਮ। ਤੇ ਇਹ ਜਿਹੜੇ ਵਿਕਾਰ ਨੇ, ਇਹ ਜੋ ਚਸਕੇ ਨੇ, ਪਾਪ ਅਪਰਾਧ ਨੇ, ਇਹ ਸਾਡੇ ਕਿਸੇ ਕੰਮ ਨਹੀਂ ਹਨ। ਆਤਮਿਕ ਜੀਵਨ ਵਿੱਚ ਕੰਮ ਨਹੀਂ ਆਉਂਦੇ। ਈਰਖਾ ਦਵੇਸ਼ ਵੈਰ ਵਿਰੋਧ ਜਿਹੜੇ ਨੇ, ਇਹ ਸੁੱਖਾਂ ਦੇ ਸਾਥੀ ਥੋੜਾ ਨੇ। ਹਾਂ, ਇਹ ਦੁੱਖ ਪੈਦਾ ਕਰ ਦੇਣਗੇ, ਮੁਸੀਬਤਾਂ ਪੈਦਾ ਕਰ ਦੇਣਗੇ, ਮੇਰੀ ਆਪਣੀ ਜ਼ਿੰਦਗੀ ਵਿੱਚ ਵੀ, ਕਿਸੇ ਦੀ ਜ਼ਿੰਦਗੀ ਵਿੱਚ ਵੀ। ਲੇਕਿਨ ਇਹ ਜੋ ਵਿਕਾਰ ਨੇ, ਇਹ ਆਤਮਿਕ ਜੀਵਨ ਦੇ ਸਾਥੀ ਨਹੀਂ ਹਨ। ਕਿ ਕਿਸੇ ਪਰਿਵਾਰ ਦੇ ਅੰਦਰ ਬੇਭਰੋਸਗੀ ਹੋਵੇ, ਝੂਠ ਹੋਵੇ, ਇੱਕ ਦੂਜੇ ਨਾਲ ਈਰਖਾ ਦਵੇਸ਼ ਹੋਵੇ, ਤੇ ਇਹ ਔਗਣ ਉਸ ਪਰਿਵਾਰ ਨੂੰ ਸੁਖੀ ਔਰ ਸ਼ਾਂਤ ਕਰ ਦੇਣ, ਬਿਲਕੁਲ ਵੀ ਨਹੀਂ। ਇਹ ਸੁੱਖਾਂ ਦੇ ਸਾਥੀ ਨਹੀਂ ਹਨ। ਇਸ ਲਈ ਬਾਬਾ ਫਰੀਦ ਜੀ ਕਹਿੰਦੇ ਨੇ, ਪ੍ਰੋਬਲਮ ਬੰਦੇ ਦੀ ਇਹ ਹੈ ਕਿ ਇਹਦਾ ਜਿਹੜਾ ਦਿਲ ਹੈ, ਉਹ ਤੇ ਵਿਕਾਰਾਂ ਦੇ ਨਾਲ ਰੰਗਿਆ ਹੋਇਆ, ਪਾਪ ਅਪਰਾਧਾਂ ਨਾਲ ਰੰਗਿਆ ਹੋਇਆ। ਦੁਨੀ ਨਾ ਕਿਤੇ ਕੰਮ। ਤੇ ਇਹ ਜਿਹੜੀ ਦੁਨੀਆ ਵਾਲੀ ਸੋਚ ਹੈ, ਪਾਪ ਵਿਕਾਰ ਨੇ, ਇਹ ਆਤਮਿਕ ਜੀਵਨ ਵਿੱਚ ਕਿਸੇ ਕੰਮ ਨਹੀਂ ਆਉਂਦੇ। ਮਿਸਲ ਫਕੀਰਾਂ ਗਾਖੜੀ। ਮਿਸਲ ਦਾ ਮਤਲਬ ਹੈ ਰਹਿਣੀ, ਰਹਿਣੀ ਬਹਿਣੀ। ਮਿਸਲ ਫਕੀਰਾਂ ਦਾ ਮਤਲਬ ਫਕੀਰਾਂ ਵਾਲੀ ਰਹਿਣੀ, ਜੋ ਰੱਬ ਦੇ ਪਿਆਰੇ ਨੇ। ਗਾਖੜੀ ਦਾ ਮਤਲਬ ਔਖੀ। ਪੂਰ ਕਰਮ ਦਾ ਮਤਲਬ ਪੂਰੇ ਭਾਗਾਂ ਨਾਲ, ਪੂਰੇ ਯਤਨ ਨਾਲ। ਤਾਂ ਬਾਬਾ ਫਰੀਦ ਜੀ ਸਮਝਾ ਰਹੇ ਹਨ ਕਿ ਫਕੀਰਾਂ ਵਾਲੀ ਰਹਿਣੀ ਬੜੀ ਔਖੀ ਹੈ, ਤੇ ਮਿਲਦੀ ਹੈ ਵੱਡੇ ਭਾਗਾਂ ਦੇ ਨਾਲ, ਉਦਮ ਦੇ ਨਾਲ, ਯਤਨ ਦੇ ਨਾਲ। ਜਿਵੇਂ ਅਸੀਂ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਪੜ੍ਹਿਆ ਸੀ ਨਾ, ਵਾਲੋਂ ਨਿੱਕੀ, ਕੰਨਿਓ ਤਿੱਖੀ,
ਏਤ ਮਾਰਗ ਜਾਣਾ। ਇਹ ਜਿਹੜਾ ਰਾਸਤਾ ਹੈ ਬੜਾ ਸਾਵਧਾਨੀ ਦਾ ਮਾਰਗ ਹੈ। ਇੰਜ ਸਮਝ ਲਓ ਵਾਲ ਨਾਲੋਂ ਬਰੀਕ ਔਰ ਖੰਡੇ ਦੀ ਧਾਰ ਨਾਲੋਂ ਤੇਜ਼ ਹੋਵੇ, ਉਹਦੇ ਉੱਤੇ ਤੁਰਨਾ ਹੋਵੇ, ਕਿੰਨੀ ਸਾਵਧਾਨੀ ਰੱਖਣੀ ਪੈਗੀ ਨਾ। ਸਾਨੂੰ ਤਾਂ ਜੇ ਕਿਤੇ ਰੱਸੇ ਦੇ ਉੱਤੇ ਤੁਰਨਾ ਪੈ ਜਾਏ ਤਾਂ ਅਸੀਂ ਨਹੀਂ ਤੁਰ ਪਾਵਾਂਗੇ, ਬੈਲੈਂਸ ਨਹੀਂ ਬਣਾ ਪਾਵਾਂਗੇ। ਆ ਦੇਖਦੇ ਨਾ ਸਰਕਸ ਵਿੱਚ ਜਾਂ ਹੋਰ ਜਿਹੜੇ ਲੋਕ ਆਪਣੇ ਕਰਤੱਵ ਵਿਖਾਉਂਦੇ ਨੇ, ਰੱਸਿਆਂ ਦੇ ਉੱਤੇ ਜਾਂ ਉੱਚੇ ਉੱਚੇ ਇਮਾਰਤਾਂ ਦੇ ਉੱਤੇ ਚੜ੍ਹ ਕੇ ਤੇ ਉਹ ਕਿਵੇਂ ਤੁਰਦੇ ਨੇ, ਤਾਂ ਕਿੰਨਾ ਵੱਡਾ ਬੈਲੈਂਸ ਹੁੰਦਾ ਨਾ ਉਹਦਾ, ਹਰ ਬੰਦਾ ਨਹੀਂ ਤੁਰ ਸਕਦਾ। ਸਾਵਧਾਨੀ ਰੱਖਣੀ ਪੈਂਦੀ ਹੈ। ਤੇ ਜੇ ਇੰਨਾ ਬਰੀਕ ਰਾਸਤਾ ਹੋਵੇ ਕਿ ਖੰਡੇ ਦੀ ਧਾਰ ਨਾਲੋਂ ਤੇਜ਼ ਤੇ ਵਾਲ ਨਾਲੋਂ ਬਰੀਕ, ਉਹਦੇ ਉੱਤੇ ਤੁਰਨਾ ਹੋਏ, ਕਿੰਨਾ ਔਖਾ ਹੈ। ਤੁਰਿਆ ਜਾ ਸਕਦਾ ਹੈ ਪਰ ਸਾਵਧਾਨੀ, ਪ੍ਰੈਕਟਿਸ ਦੀ ਲੋੜ ਪਵੇਗੀ। ਇਸ ਲਈ ਬਾਬਾ ਫਰੀਦ ਜੀ ਕਹਿੰਦੇ ਨੇ, ਜੋ ਰੱਬੀ ਪਿਆਰਿਆਂ ਦੀ ਰਹਿਣੀ ਬਹਿਣੀ ਹੈ ਨਾ, ਉਹ ਦੁਨੀਆ ਦੇ ਮਾਰਗ ਨਾਲੋਂ ਔਖੀ ਹੈ ਤੇ ਵੱਡੇ ਭਾਗਾਂ ਨਾਲ, ਭਾਵ ਪੂਰੇ ਯਤਨਾਂ ਨਾਲ ਮਿਲ ਸਕਦੀ ਹੈ, ਮਿਲ ਜਾਂਦੀ ਹੈ, ਜੀਵੀ ਜਾ ਸਕਦੀ ਹੈ। ਹੁਣ ਦੇਖੋ ਸਾਡੇ ਵਾਸਤੇ ਔਖਿਆਈ ਕੀ ਹੈ? ਸਾਡੇ ਵਾਸਤੇ ਪ੍ਰੇਮ ਦੇ ਨਾਲ ਰਹਿਣਾ ਔਖਾ ਹੈ, ਕਿਉਂਕਿ ਈਰਖਾ ਦਵੇਸ਼ ਅਸੀਂ ਸਿੱਖੇ ਹੋਏ ਹਾਂ, ਝੂਠ ਬੋਲਣਾ ਸਿੱਖੇ ਹੋਏ ਹਾਂ। ਤਾਂ ਔਖਿਆਈ ਇਸ ਗੱਲ ਦੀ ਹੈ ਕਿ ਸਾਨੂੰ ਇਹ ਚੀਜ਼ਾਂ ਤਿਆਗਣੀਆਂ ਪੈਣਗੀਆਂ। ਲੋਭ, ਲਾਲਚ, ਈਰਖਾ, ਦਵੇਸ਼, ਵੈਰ ਵਿਰੋਧ, ਇਹਨਾਂ ਨੂੰ ਛੱਡ ਕੇ ਹੀ ਸ਼ੁਭ ਗੁਣ ਆਉਣਗੇ ਨਾ। ਤੇ ਜੇ ਬੰਦਾ ਈਰਖਾ, ਦਵੇਸ਼, ਵੈਰ ਵਿਰੋਧ ਨੂੰ ਫੜੀ ਰੱਖੇ ਤੇ ਸੁੱਖ ਵੀ ਮੰਨਣਾ ਚਾਹੇ, ਖੁਸ਼ੀ ਮੰਨਣਾ ਚਾਹੇ, ਤਾਂ ਇਹ ਦੋ ਚੀਜ਼ਾਂ ਤਾਂ ਹੋ ਨਹੀਂ ਨਾ ਸਕਦੀਆਂ। ਇਸ ਲਈ ਜੋ ਆਮ ਇਨਸਾਨ ਹੈ ਉਹਦੇ ਵਾਸਤੇ ਇਹਨਾਂ ਚੀਜ਼ਾਂ ਨੂੰ ਛੱਡਣਾ ਔਖਾ ਹੈ। ਤਾਂ ਬਾਬਾ ਫਰੀਦ ਜੀ ਸਾਨੂੰ ਸਮਝਾ ਰਹੇ ਨੇ ਕਿ ਜੋ ਰੱਬੀ ਪ੍ਰੀਤ ਹੈ, ਉਹ ਜਿਹੜੀ ਹੈ ਸ਼ੁਭ ਗੁਣਾਂ ਦੀ ਹੈ। ਉਹ ਕੇਵਲ ਵਿਖਾਵਿਆਂ ਦੇ ਨਾਲ, ਕੰਬਲੀ ਪਹਿਨਣ ਦੇ ਨਾਲ, ਰੇਸ਼ਮੀ ਕੱਪੜੇ ਪਾੜਨ ਦੇ ਨਾਲ ਜਾਂ ਜੰਗਲਾਂ ਵਿੱਚ ਫਿਰਨ ਦੇ ਨਾਲ ਨਹੀਂ ਮਿਲਦੀ। ਰੱਬੀ ਜੋ ਪ੍ਰੀਤ ਹੈ ਉਹ ਗੁਣਾਂ ਦੀ ਪ੍ਰੀਤ ਹੈ। ਉਹ ਜੀਵਨ ਵਾਸਤੇ ਸਾਨੂੰ ਯਤਨ ਕਰਨਾ ਪਵੇਗਾ। ਔਖਿਆਈ ਦਾ ਮਤਲਬ ਯਤਨ ਕਰਨਾ ਹੋਵੇਗਾ। ਜਿਵੇਂ ਕਿਸੇ ਨੇ ਪਹਾੜ ਤੋਂ ਡਿੱਗਣਾ ਹੋਵੇ ਤਾਂ ਜੇ ਉੱਤੋਂ ਪਹਾੜ ਤੋਂ 10 ਮਣ ਦਾ ਪੱਥਰ ਵੀ ਰੇੜ ਦਿਓ ਤੁਹਾਨੂੰ ਖੜਖੜ ਕਰਦੇ ਥੱਲੇ ਆ ਜਾਣਾ, ਥੱਲੇ ਨੂੰ ਡਿੱਗਣ ਲੱਗਿਆ ਤਾਂ ਕੋਈ ਪ੍ਰੋਬਲਮ ਨਹੀਂ। ਪਰ ਜੇ ਉਹ 10 ਮਣ ਦਾ ਪੱਥਰ ਪਹਾੜ ਦੇ ਉੱਤੇ ਚੜਾਉਣਾ ਹੋਵੇ ਤਾਂ ਔਖਾ ਹੈ ਨਾ। ਉੱਤੋਂ ਪੌੜੀਆਂ ਤੋਂ ਥੱਲੇ ਨੂੰ ਡਿੱਗਣਾ ਤੇ ਸੌਖਾ ਹੈ, ਲੱਤਾਂ ਬਾਹਾਂ ਟੁੱਟ ਜਾਣਗੀਆਂ, ਡਿੱਗਣਾ ਤੇ ਸੌਖਾ ਹੈ, ਪਰ ਚੜਨ ਲੱਗਿਆ ਤੇ ਔਖਿਆਈ ਹੋਏਗੀ ਨਾ, ਯਤਨ ਕਰਨਾ ਪਵੇਗਾ ਨਾ। ਇਸ ਲਈ ਨੈਗੇਟਿਵਿਟੀ ਦੇ ਅੰਦਰ ਗਿਰ ਜਾਣਾ ਤੇ ਬੰਦੇ ਵਾਸਤੇ ਬੜਾ ਸੌਖਾ ਹੈ, ਕਿਉਂਕਿ ਚਾਰ ਚੁਫੇਰੇ ਨੈਗੇਟਿਵ ਵਿਚਾਰ ਨੇ ਨਾ। ਤਾਂ ਪੋਜ਼ਿਟਿਵ ਵਿਚਾਰਾਂ ਵਾਸਤੇ ਸਾਨੂੰ ਕੁਝ ਯਤਨ ਤਾਂ ਕਰਨਾ ਪਵੇਗਾ ਨਾ। ਇਹਨੂੰ ਔਖਿਆਈ ਕਹਿ ਰਹੇ ਨੇ। ਯਤਨ ਕਰਨਾ ਪਵੇਗਾ, ਉਦਮ ਕਰਨਾ ਪਵੇਗਾ, ਮਿਲ ਜਾਏਗੀ। ਤਾਂ ਮਿਸਲ ਫਕੀਰਾਂ ਗਾਖੜੀ ਸੋ ਪਾਈਏ ਪੂਰ ਕਰਮ। ਫਕੀਰਾਂ ਦਾ ਮਤਲਬ ਇਹ ਨਹੀਂ ਕਿ ਦੁਨੀਆ ਨੂੰ ਛੱਡ ਕੇ ਤੇ ਕੰਬਲੀ ਪਾ ਕੇ, ਕਫਨੀ ਪਾ ਕੇ ਜੰਗਲਾਂ ਵਿੱਚ ਚਲੇ ਜਾਣਾ ਜਾਂ ਬਾਬੇ ਬਣ ਜਾਣਾ, ਉਹ ਨਹੀਂ ਹੈ। ਫਕੀਰਾਂ ਦਾ ਮਤਲਬ ਜੋ ਰੱਬ ਦੇ ਪਿਆਰੇ ਨੇ, ਜੋ ਵਿਕਾਰਾਂ ਦਾ ਤਿਆਗ ਹੈ, ਗ੍ਰਸਤ ਵਿੱਚ, ਸੰਸਾਰ ਵਿੱਚ ਰਹਿੰਦਿਆਂ ਨਿਰਲੇਪ ਜਿਹੜੀ ਜ਼ਿੰਦਗੀ ਜੀਣੀ ਹੈ, ਇਹ ਵੱਡੇ ਭਾਗਾਂ ਨਾਲ, ਵੱਡੇ ਉਦਮ ਦੇ ਨਾਲ ਸਾਨੂੰ ਮਿਲ ਜਾਂਦੀ ਹੈ। ਤਾਂ ਅੱਜ ਦੇ ਇਹਨਾਂ ਸ਼ਲੋਕਾਂ ਦੇ ਵਿੱਚ ਜੇ ਕਿਸੇ ਵੀਰ ਭੈਣ ਨੇ ਕੋਈ ਸਵਾਲ ਕਰਨਾ ਹੈ ਤਾਂ ਉਹ ਸਵਾਲ ਕਰ ਸਕਦਾ ਹੈ। ਔਰ ਇਸ ਵਿਚਾਰ ਬਾਰੇ ਜੋ ਅਸੀਂ ਅੱਜ ਵਿਚਾਰਿਆ ਹੈ, ਇਸ ਬਾਰੇ ਜੇ ਆਪ ਕਿਸੇ ਨੇ ਆਪਣੇ ਵਿਚਾਰ ਦੇਣੇ ਹੋਣ ਤਾਂ ਉਹ ਵਿਚਾਰ ਵੀ ਆਪਣੇ ਦੇ ਸਕਦੇ ਨੇ। ਤਾਂ ਕਲਾਸ ਦੀ ਜੋ ਅਗਲੀ ਕਾਰਵਾਈ ਹੈ ਉਹ ਵੀਰ ਤਰਲੋਚਨ ਸਿੰਘ ਜੀ ਕਰਨਗੇ। ਉਹ ਅਨਮਿਊਟ ਹੋ ਗਏ ਨੇ। ਜਿਨ੍ਹਾਂ ਨੇ ਵੀ ਕੋਈ ਸਵਾਲ ਪੁੱਛਣਾ ਹੈ ਜਾਂ ਆਪਣੇ ਵਿਚਾਰ ਦੇਣੇ ਨੇ ਉਹ ਅਨਮਿਊਟ ਹੋ ਜਾਓ, ਭਾਈ ਸਾਹਿਬ ਨੂੰ ਬਾਰ-ਬਾਰ ਨਾ ਕਹਿਣਾ ਪਵੇ। ਤੇ ਫੇਸਬੁੱਕ ਤੇ ਜਿਹੜੇ ਮੇਰੇ ਵੀਰ ਭੈਣਾਂ ਸਰਵਣ ਕਰ ਰਹੇ ਨੇ, ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੋ ਆਪ ਇੰਨਾ ਪਿਆਰ ਦਿੰਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ